कृपा करो दीन के दाते। मेरा गुणावगण न विचारो कोई। माटी का क्या तो पै स्वामी। मानस की गत ही कोट अपराध हमारे खंडो। अनेक विधि समझावो। हम अज्ञान अल्प मत थोरी। तुम आपन विरद रखाओ। हम अज्ञान अल्प मत थोरी। तुम आपन विरद रखाओ। सो कहो टल गुर सेविय अहनस सहज सुपाए। दर्शन परसे गुरु के जन्म मरण दुख जाए। सज्जन सच्चा पातशाह सिर शाह दे शाह। जिस पास बैठया सोहिए सबना दा विसाह। सतनाम श्री वाहिगुरु साहिब जी। बिलावल महला पंजवा। ज्यों भावै त्यों मोहे प्रतपाल। पार ब्रह्म परमेश्वर सतगुर हम बारिक तुम पिता कृपाल। ज्यों भावै त्यों मोहे प्रतपाल। पार ब्रह्म परमेश्वर सतगुर हम बारिक तुम पिता कृपाल। रहाऊ मोह निर्गुण गुण नाही कोई। पहुँच न सको तुमरी काल। तुमरी गात मित तुम ही जानो। जियो पिंड सब तुमरो माल। अंतरजामी पुरख सुआमी अनबोलत ही जानो हाल। तन मन शीतल होए हमारो। नानक प्रभ जियो नदर निहाल।
ਅੰਤਰਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਨੋ ਹਾਲ ਤਨ ਮਨ ਸੀਤਲ ਹੋਏ ਹਮਾਰੂ ਨਾਨਕ ਪ੍ਰਭ ਜੀਓ ਨਦਰ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨੀ ਯੋਗ ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਕੇ ਇਸ਼ਨਾਨ ਕਰਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਬਣਾਉਣ ਦਾ ਸਫਲ ਯਤਨ ਕਰ ਰਹੇ ਹੋ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਪਾਤਸ਼ਾਹ ਜੀ ਨੇ ਤਰੁੱਠ ਕੇ ਆਪਾਂ ਸਾਰਿਆਂ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਸੱਦ ਬਹਾਇਆ ਹੈ। ਹਰ ਰੋਜ਼ ਦੀ ਮਰਿਆਦਾ ਦੇ ਤਹਿਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਜੋ ਸਮੁੱਚੀ ਮਾਨਵਤਾ ਮਨੁੱਖਤਾ ਦੇ ਕਲਿਆਣ ਹੇਤ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਅੰਮ੍ਰਿਤ ਵੇਲੇ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ। ਇਸ ਪਾਵਨ ਮੁੱਖ ਵਾਕ ਦੀ ਵਿਚਾਰ ਕਰਨ ਵਾਸਤੇ ਆਪਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੇ ਹਾਂ। ਦੂਰ ਦੁਰੇਡੇ ਦੇਸ਼ ਵਿਦੇਸ਼ ਵਿੱਚ ਸੰਗਤਾਂ ਵੀ ਇੰਟਰਨੈਟ ਦੇ ਮਾਧਿਅਮ ਦੇ ਰਾਹੀਂ ਟੀਵੀ ਦੇ ਰਾਹੀਂ ਆਪੋ ਆਪਣੀ ਸੁਰਤੀ ਕਰਕੇ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਜੁੜੀਆਂ ਹਨ। ਅੱਜ ਦਾ ਜੋ ਪਾਵਨ ਮੁੱਖ ਵਾਕ ਸਤਿਗੁਰ ਜੀਆਂ ਨੇ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਬਿਲਾਵਲ ਰਾਗ ਦੇ ਅੰਦਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਜੀਆਂ ਦਾ ਉਚਾਰਨ ਕੀਤਾ ਹੋਇਆ ਔਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅੰਗ 828 ਉੱਤੇ ਸੁਭਾਇਮਾਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰ ਰਹੇ ਹਨ। ਆਓ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਆਪਣੀ ਹਿਰਦੇ ਰੂਪੀ ਝੋਲੀ ਵਿੱਚ ਪੈ ਸਕਣ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਹਾਜ਼ਰੀ ਲਾ ਕੇ ਇਹ ਮੰਗ ਕਰੀਏ, ਪਾਤਸ਼ਾਹ ਜੀ ਜਿੱਥੇ ਤੁਸੀਂ ਸਰੀਰ ਕਰਕੇ ਸਾਨੂੰ ਬਿਠਾਇਆ ਹੈ ਉੱਥੇ ਹੁਣ ਮਹਾਰਾਜ ਜੀ ਸੁਰਤੀ ਕਰਕੇ ਵੀ ਆਪਣੇ ਚਰਨਾਂ ਵਿੱਚ ਟਿਕਾਓ। ਇੱਕ ਵਾਰ ਸਾਰੀ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਦਾ ਧਿਆਨ ਧਰ ਕੇ ਹਾਜ਼ਰੀ ਲਾਓ। ਦੋਵੇਂ ਹੱਥ ਜੋੜ ਕੇ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖਿਆ ਕਰੋ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਕਹਿੰਦਿਆਂ ਮੁੱਖ ਪਵਿੱਤਰ ਤੇ ਵਾਹਿਗੁਰੂ ਕਹਿੰਦਿਆਂ ਸਵਾਸਾਂ ਦਾ ਭਲਾ। ਜਿਹੜੇ ਸਵਾਸ ਨਾਲ ਆਪਾਂ ਵਾਹਿਗੁਰੂ ਕਹਿੰਦੇ ਉਹ ਸਵਾਸ ਸਫਲ ਹੋ ਜਾਂਦਾ। ਜਿਹੜੇ ਮੁਖ ਤੋਂ ਵਾਹਿਗੁਰੂ ਉਚਾਰਨ ਹੁੰਦਾ ਸਾਧ ਸੰਗਤ ਤੋਂ ਮੁਖ ਉਜਲਾ ਹੋ ਜਾਂਦਾ। ਔਰ ਇਹ ਸਭ ਕੁਝ ਆਪਾਂ ਆਪ ਨਹੀਂ ਕਰ ਸਕਦੇ। ਗੁਰੂ ਦੀ ਨਦਰ ਕਿਰਪਾ ਬਖਸ਼ਿਸ਼ ਮਹਿਰਮਤ ਹੋਵੇ
ਫਿਰ ਆਪਾਂ ਸਰੀਰ ਕਰਕੇ ਸੰਗਤ ਵਿੱਚ ਜੁੜ ਸਕਦੇ ਹਾਂ ਔਰ ਫਿਰ ਹੀ ਰਸਨਾ ਕਰਕੇ ਆਪਾਂ ਜਪ ਸਕਦੇ ਹਾਂ ਸਤਨਾਮ ਸ੍ਰੀ ਵਾਹਿਗੁਰੂ, ਜੇ ਕਿਰਪਾ ਹੋਵੇ। ਨਹੀਂ ਤਾਂ ਕਈ ਵਾਰ ਤੁਹਾਡਾ ਤਜਰਬਾ ਰਹਿਣਾ, ਬਾਹਰੀ ਤੌਰ 'ਤੇ ਆਪਾਂ ਜੇ ਲੇਟ ਤੋਂ ਲੇਟ ਕੋਈ ਬੰਦਾ ਨੀਂਦ ਵਿੱਚ ਉੱਠਦਾ ਹੈ ਤਾਂ ਸਾਧ ਸੰਗਤ 6 ਵਜੇ ਤੱਕ ਤਾਂ ਉੱਠ ਹੀ ਜਾਂਦਾ ਹੈ, ਤਾਂ ਉਸ ਵਕਤ ਤੋਂ ਟਾਈਮ ਗਿਣ ਕੇ ਵੇਖ ਲਓ, ਲੋਕਾਂ ਨੂੰ 6 ਤੋਂ 10 ਵੱਜ ਜਾਂਦੇ ਨੇ, 12 ਵੱਜ ਜਾਂਦੇ ਨੇ, 6-6 ਘੰਟੇ 8-8 ਘੰਟੇ ਜਾਗਿਆ ਹੋ ਜਾਂਦੇ ਨੇ। ਮਾਫ ਕਰਿਓ, ਰਾਤੀ ਸੌਣ ਤੱਕ 14-15 ਘੰਟੇ ਦਿਨ ਦੇ ਬਤੀਤ ਕਰਦੇ ਆਪਾਂ ਜਾਗ ਕੇ। ਜੇ 6 ਤੋਂ ਲੈ ਕੇ ਰਾਤੀ ਕੋਈ 10 ਵਜੇ ਵੀ ਜਾਗ ਕੇ ਸੌਂਵੇ ਤਾਂ ਸਾਧ ਸੰਗਤ 16 ਘੰਟੇ ਬਣ ਜਾਂਦੇ। 16 ਘੰਟਿਆਂ ਵਿੱਚ ਕਈ ਵਾਰ ਆਪਾਂ 16 ਵਾਰ ਵੀ ਵਾਹਿਗੁਰੂ ਨਹੀਂ ਕਹਿੰਦੇ। ਸਾਰਾ ਦਿਨ ਸੰਸਾਰ ਦੀਆਂ ਕਾਰੋਬਾਰ ਦੀਆਂ ਗੱਲਾਂ ਵਿੱਚ ਵਕਤ ਲੰਘ ਜਾਂਦਾ ਹੈ। ਇਸ ਲਈ ਇਹ ਭਾਗਾਂ ਵਾਲਾ ਵਕਤ ਹੈ। ਤਾਈਓ ਇਸ ਸਮੇਂ ਨੂੰ ਸਤਿਗੁਰੂ ਜੀ ਨੇ ਵਡਭਾਗਾ ਆਖਿਆ। ਤਾਈਓ ਪਾਤਸ਼ਾਹ ਨੇ ਕਿਹਾ ਨਾਮ ਜਪਣ ਵਾਲੇ ਵੱਡੇ ਭਾਗਾਂ ਵਾਲੇ ਨੇ। ਕਿਉਂ ਭਾਈ? ਉੱਥੇ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਚਿੱਤੇ ਆ ਰਿਹਾ। ਵਡਭਾਗੀ ਹਰ ਸੰਗਤ ਪਾਵੇ, ਭਾਗਹੀਣ ਭ੍ਰਮ ਚੋਟਾਂ ਖਾਵੇ। ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰੀਏ। ਆਓ ਪਾਵਨ ਸ਼ਬਦ ਦੀ ਵਿਚਾਰ ਨਾਲ ਸੁਰਤ ਜੋੜੀਏ। ਇੱਕ ਵਾਰ ਫਿਰ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਜਿਉ ਭਾਵੈ ਤਿਉ ਮੋਹਿ ਪ੍ਰਤਪਾਲ। ਆਖੋ ਸਤਨਾਮ ਸ੍ਰੀ, ਗੱਜ ਕੇ ਆਖੋ ਸਤਨਾਮ ਸ੍ਰੀ। ਕਿਉਂਕਿ ਇਹ ਹੁਕਮ ਗੁਰੂ ਅਰਜਨ ਦੇਵ ਮਹਾਰਾਜ ਦਾ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਵਿੱਚ ਬਹਿ ਕੇ ਸੁਰਤੀ ਕਰਕੇ ਵੀ ਸੁਣਦੇ ਹਾਂ ਜਪਣਾ ਵਾਹਿਗੁਰੂ। ਔਰ ਜਦੋਂ ਉਚਾਰਨ ਕਰਨ ਲਈ ਕਵੇ ਜਾਂ ਕੋਈ ਸ਼ਬਦ ਸਾਧ ਸੰਗਤ ਗਾਇਨ ਕੀਤਾ ਜਾ ਰਿਹਾ ਹੋਵੇ, ਸੁਣਨ ਦੇ ਨਾਲ ਨਾਲ ਜਪਣਾ ਵੀ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਅੱਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਬਿਲਾਵਲ ਰਾਗ ਦਾ ਪਾਵਨ ਸ਼ਬਦ ਹੈ। ਹਜ਼ੂਰ ਨੇ ਬਚਨ ਕਹੇ, ਜਿਉਂ ਭਾਵੈ ਤਿਉ ਮੋਹਿ ਪ੍ਰਤਪਾਲ। ਥੋੜ੍ਹਾ ਜਿਹਾ ਇਹਨੂੰ ਹੁਣ ਧਿਆਨ ਬਰੀਕੀ ਨਾਲ ਆਪਾਂ ਸਮਝੀਏ। ਗੁਰੂ ਦੇ ਕੋਲ ਸਾਧ ਸੰਗਤ ਦੋ ਚੀਜ਼ਾਂ ਲੋਕ ਲੈ ਕੇ ਆਉਂਦੇ ਨੇ, ਔਰ ਉਹਨਾਂ ਵਿੱਚੋਂ ਪਹਿਲੀ ਗੱਲ ਹੈ ਗਿਆਨ ਔਰ ਦੂਜਾ ਹੈ ਧਿਆਨ। ਗਿਆਨ ਦਾ ਹੋਣਾ ਲਾਜ਼ਮੀ ਹੈ, ਕਿਉਂਕਿ ਗਿਆਨ ਤੋਂ ਬਗੈਰ ਤੁਸੀਂ ਪਹਿਚਾਣ ਨਹੀਂ ਕਰ ਸਕੋਗੇ ਸੱਚ ਕੀ ਹੈ, ਝੂਠ ਕੀ ਹੈ, ਪਾਪ ਕੀ ਹੈ, ਪੁੰਨ ਕੀ ਹੈ, ਨਫਾ ਕੀ ਹੈ, ਨੁਕਸਾਨ ਕੀ ਹੈ, ਬੈਨੀਫਿਟ ਤੇ ਲਾਸ। ਇਹਦੇ ਬਾਰੇ ਬਿਨਾਂ ਗਿਆਨ ਤੋਂ ਵਿਚਾਰ ਨਹੀਂ ਹੋ ਸਕਦੇ, ਬਿਨਾਂ ਗਿਆਨ ਤੋਂ ਸਮਝ ਨਹੀਂ ਆ ਸਕਦੀ। ਇਸ ਲਈ ਗਿਆਨ ਦਾ ਹੋਣਾ ਲਾਜ਼ਮੀ ਹੈ। ਔਰ ਉਹ ਗਿਆਨ ਸਾਧ ਸੰਗਤ ਸਾਨੂੰ ਗੁਰੂ ਤੱਕ ਲੈ ਕੇ ਆਉਂਦਾ ਹੈ। ਪਰ ਜਦੋਂ ਗਿਆਨ ਨਾਲ ਤੁਸੀਂ ਸਮਝ ਕੇ ਗੁਰੂ ਤੱਕ ਆਪਾਂ ਆ ਜਾਂਦੇ ਹਾਂ, ਉਸ ਤੋਂ ਬਾਅਦ ਸਫ਼ਰ ਧਿਆਨ ਦਾ ਸ਼ੁਰੂ ਹੁੰਦਾ ਹੈ, ਉਸ ਤੋਂ ਬਾਅਦ ਗਿਆਨ ਦਾ ਸਫ਼ਰ ਨਹੀਂ। ਫੋਰ ਐਗਜ਼ਾਮਪਲ, ਆਪਾਂ ਗਿਆਨ ਨਾਲ ਹੀ ਦਰਬਾਰ ਸਾਹਿਬ ਪਹੁੰਚੇ। ਪਹਿਲਾਂ ਨੌਲੇਜ ਸੀ ਵੀ ਕਿਹੜੇ ਰਸਤੇ ਤੋਂ ਆਈਏ, ਕਿੰਨਾ ਟਾਈਮ ਲੱਗੇਗਾ, ਗੱਡੀ ਰਾਹੀਂ ਪਹੁੰਚਾਂਗੇ, ਕੀ ਵਾਹਿਕ ਸਾਧਨ ਹੋਏਗਾ, ਤੁਰ ਕੇ ਜਾਵਾਂਗੇ। ਕਿਸੇ ਬੰਦੇ ਨੂੰ ਗਿਆਨ ਹੋਵੇ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਕਿੱਥੇ ਹੈ, ਤਾਂਹੀਓ ਆਏਗਾ। ਜੇ ਉਹਨੂੰ ਗਿਆਨ ਨਹੀਂ, ਉਹ ਗੁਰੂ ਦੇ ਦਰਬਾਰ ਤੱਕ ਕਿਵੇਂ ਪਹੁੰਚੇਗਾ? ਗੁਰੂ ਤੱਕ ਪਹੁੰਚਣ ਲਈ ਗਿਆਨ ਚਾਹੀਦਾ। ਪਰ ਜਦੋਂ ਤੁਸੀਂ ਗੁਰੂ ਕੋਲ ਆਓਗੇ, ਉੱਥੇ ਸਾਧ ਸੰਗਤ ਬੜੀ ਕਮਾਲ ਦੀ ਖੇਡ ਹੈ। ਇੱਥੇ ਗਿਆਨ ਤੋਂ ਬਾਅਦ ਧਿਆਨ ਦਾ ਸਫ਼ਰ ਸ਼ੁਰੂ ਹੁੰਦਾ ਹੈ, ਔਰ ਗੁਰੂ ਸਿੱਖ ਦੇ ਕੋਲੋਂ ਸਾਰਾ ਹੀ ਗਿਆਨ ਖੋਹ ਲੈਂਦਾ। ਜਿਹੜੇ ਲੋਕ ਗੁਰੂ ਕੋਲ ਆ ਕੇ ਵੀ ਗਿਆਨ ਕੋਲ ਰੱਖ ਲੈਂਦੇ ਨੇ, ਮਾਫ ਕਰਿਓ, ਉਹਨਾਂ ਦਾ ਧਿਆਨ ਦਾ ਸਫ਼ਰ ਸ਼ੁਰੂ ਨਹੀਂ ਹੋ ਪਾਉਂਦਾ। ਉਹ ਗਿਆਨ ਵਿੱਚ ਹੀ ਉਲਝੇ ਰਹਿੰਦੇ ਨੇ। ਆਹ ਕਿਵੇਂ ਹੋ ਗਿਆ, ਆਹ ਕਿਸ ਤਰ੍ਹਾਂ ਹੋ ਗਿਆ, ਆਹ ਇਸ ਤਰ੍ਹਾਂ ਚਾਹੀਦਾ। ਸਾਧ ਸੰਗਤ ਉਹ ਗਿਆਨ ਵਿੱਚ ਗੁਰੂ ਕੋਲ ਆ ਕੇ ਉਲਝ ਜਾਂਦੇ ਨੇ, ਧਿਆਨ ਦਾ ਸਫ਼ਰ ਸ਼ੁਰੂ ਨਹੀਂ ਹੋ ਪਾਉਂਦਾ। ਗਿਆਨ ਦੀ ਪਾਤਸ਼ਾਹ ਨੇ ਵਡਿਆਈ ਕੀਤੀ ਹੈ।
ਇਹ ਹਜ਼ੂਰ ਨੇ ਬਚਨ ਕਿਹਾ, ਭਾਈ ਗਿਆਨ ਚਾਹੀਦਾ, ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਜਦੋਂ ਤੁਸੀਂ ਗੁਰੂ ਕੋਲ ਆਓਗੇ, ਗੁਰੂ ਸਿੱਖ ਦੇ ਕੋਲੋਂ ਸਾਰਾ ਹੀ ਗਿਆਨ ਖੋਹ ਲੈਂਦਾ। ਜੇ ਗੁਰੂ ਦੇ ਕੋਲ ਆ ਕੇ ਵੀ ਆਪਣਾ ਗਿਆਨ ਸਿੱਖ ਨੇ ਆਪਣੇ ਕੋਲ ਰੱਖਿਆ, ਉਹ ਸਿੱਖੀ ਦਾ ਸਫ਼ਰ ਆਰੰਭ ਨਹੀਂ ਕਰ ਸਕੇਗਾ। ਇੱਥੇ ਸਭ ਕੁਝ ਸਮਰਪਣ ਕਰਨਾ ਪੈਂਦਾ, ਸਭ ਕੁਝ ਸਮਝ ਅਕਲ ਗਿਆਨ ਹੁੰਦਿਆਂ ਵੀ ਅੱਜ ਹਜ਼ੂਰ ਕਹਿੰਦੇ ਨੇ ਆਪਣਾ ਗਿਆਨ ਛੱਡ ਕੇ ਕਹਿ ਗੁਰੂ ਨੂੰ ਕਿ ਜਿਉਂ ਭਾਵੈ ਤਿਉ ਮੋਹਿ ਪ੍ਰਤਪਾਲ। ਹੇ ਵਾਹਿਗੁਰੂ, ਹੇ ਅਕਾਲ ਪੁਰਖ ਜੀ, ਹੇ ਸਤਿਗੁਰੂ, ਜਿਵੇਂ ਤੁਹਾਨੂੰ ਭਾਉਂਦਾ ਤਿਵੇਂ ਮੇਰੀ ਪ੍ਰਤਪਾਲਣਾ ਕਰੋ। ਇਹਦਾ ਮਤਲਬ ਮੇਰਾ ਕੋਈ ਔਜ, ਮੇਰਾ ਗਿਆਨ, ਮੇਰੀ ਸਮਝ, ਮੇਰੀ ਅਕਲ ਨਹੀਂ ਹੈ, ਜਿਵੇਂ ਤੁਹਾਨੂੰ ਭਾਉਂਦਾ। ਤੁਹਾਨੂੰ ਭਾਉਂਦਾ ਦਾ ਅਰਥ ਹੈ ਵੀ ਸਮਰਪਣ ਕਰ ਦਿੱਤਾ। ਆਪਣਾ ਕੋਈ ਗਿਆਨ, ਆਪਣੀ ਸਮਝ, ਅਕਲ ਵਰਤਣੀ ਨਹੀਂ। ਗੁਰੂ ਤੱਕ ਆਉਣ ਲਈ ਗਿਆਨ ਚਾਹੀਦਾ, ਪਰ ਗੁਰੂ ਦੇ ਕੋਲ ਆ ਕੇ ਗਿਆਨ ਛੱਡਣਾ ਪੈਂਦਾ। ਸਾਧ ਸੰਗਤ, ਗਿਆਨ ਇਸ ਤਰ੍ਹਾਂ ਹੈ ਜਿਵੇਂ ਕਿਸੇ ਕਮਰੇ ਵਿੱਚ ਕੋਈ ਸਮਾਨ ਭਰ ਕੇ ਰੱਖਿਆ ਹੋਇਆ ਹੈ, ਫਰਨੀਚਰ ਰੱਖਿਆ ਹੋਇਆ ਹੈ। ਧਿਆਨ ਇਸ ਤਰ੍ਹਾਂ ਹੈ ਜਿਵੇਂ ਉਹ ਕਮਰਾ ਸਭ ਕੁਝ ਖਾਲੀ ਹੋ ਗਿਆ। ਜਿੰਨੀ ਦੇਰ ਉਸ ਕਮਰੇ ਵਿੱਚ ਸਮਾਨ ਭਰਿਆ ਹੈ, ਉਨੀ ਦੇਰ ਤੁਹਾਡਾ ਧਿਆਨ ਉਸ ਸਮਾਨ ਵੱਲ ਜਾਂਦਾ ਹੈ। ਇਹ ਕਿਸ ਚੀਜ਼ ਦਾ ਬਣਿਆ, ਕਿਹੜੀ ਲੱਕੜ ਦਾ ਬਣਿਆ, ਕਿਹੜੇ ਲੋਹੇ ਦਾ ਬਣਿਆ, ਕੀ ਲੱਗਿਆ ਹੋਇਆ, ਉਨੀ ਦੇਰ ਤੁਹਾਡਾ ਧਿਆਨ ਉਹ ਕਮਰੇ ਵਿੱਚ ਪਏ ਹੋਏ ਸਮਾਨ ਦੀਆਂ ਧਾਤਾਂ ਵੱਲ ਗਿਆਨ ਰੂਪ ਵਿੱਚ ਜਾਂਦਾ ਹੈ। ਔਰ ਜਦੋਂ ਧਿਆਨ ਸਫ਼ਰ ਸ਼ੁਰੂ ਹੁੰਦਾ ਹੈ, ਮਨ ਨੂੰ ਕਮਰੇ ਚੋਂ ਸਭ ਕੁਝ ਕੱਢ ਦਿੱਤਾ। ਫਿਰ ਇਸ ਤਰ੍ਹਾਂ ਹੈ ਜਦੋਂ ਅੰਦਰ ਹਿਰਦੇ ਦੇ ਕਮਰੇ ਚੋਂ ਗਿਆਨ ਸਾਰਾ ਹੀ ਕੱਢ ਦਿੱਤਾ, ਮੈਨੂੰ ਕੁਝ ਵੀ ਨਹੀਂ ਪਤਾ, ਉਦੋਂ ਸਾਧ ਸੰਗਤ ਹਉਮੈ ਮੁੱਕ ਜਾਂਦੀ ਹੈ, ਸਿਰਫ ਨਿਰੰਕਾਰ ਰਹਿ ਜਾਂਦਾ ਹੈ। ਔਰ ਇਹ ਯਾਦ ਰੱਖਿਓ, ਉਦੋਂ ਸਾਧ ਸੰਗਤ ਮੈਂ ਮੁੱਕ ਜਾਂਦੀ ਹੈ, ਸਿਰਫ ਉਹੀ ਰਹਿ ਜਾਂਦਾ ਹੈ। ਉੱਥੋਂ ਧਿਆਨ ਦਾ ਸਫ਼ਰ ਸ਼ੁਰੂ ਹੁੰਦਾ ਹੈ। ਜਿੰਨੀ ਦੇਰ ਮੈਂ ਨਾ ਮੁੱਕੇ, ਗਿਆਨ ਨਾ ਮੁੱਕੇ, ਉਨੀ ਦੇਰ ਧਿਆਨ ਦਾ ਸਫ਼ਰ ਸ਼ੁਰੂ ਨਹੀਂ ਹੋਏਗਾ। ਇਸ ਲਈ ਗੁਰੂ ਦੇ ਕੋਲ ਆ ਕੇ ਸਿੱਖ ਨੇ ਗਿਆਨ ਛੱਡ ਦੇਣਾ ਔਰ ਗੁਰੂ ਦੇ ਕੋਲੋਂ ਧਿਆਨ ਭਾਵ ਬਿਲਕੁਲ ਸ਼ੂਨਿਆ ਖਾਲੀ ਹੋ ਜਾਣਾ। ਇਹਦੀ ਹੁਣ ਸਾਦੀ ਜਿਹੀ ਇੱਕ ਉਦਾਹਰਨ ਸਮਝਿਓ। ਭਾਈ ਲਹਿਣਾ ਸਾਹਿਬ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ, ਭਾਈ ਲਹਿਣਾ ਜੀ ਪੜ੍ਹੇ ਲਿਖੇ ਨੇ, ਬਾਣੀਏ ਖੱਤਰੀਆਂ ਦੇ ਪੁੱਤਰ ਨੇ। ਸਾਧ ਸੰਗਤ 19-20 ਵਰੇ ਦੁਕਾਨ ਕੀਤੀ ਹੈ, ਹਿਸਾਬ ਕਿਤਾਬ ਵਪਾਰ ਕੀਤਾ, ਕਿਵੇਂ ਬੈਨੀਫਿਟ ਹੁੰਦਾ, ਲਾਭ ਕਿਵੇਂ ਹੁੰਦਾ, ਸੌਦਾ ਕਿਵੇਂ ਲੈਣਾ, ਕਿਵੇਂ ਵੇਚਣਾ। ਇਹਦਾ ਮਤਲਬ ਬੜਾ ਪੜ੍ਹਿਆ ਲਿਖਿਆ ਕੰਮ ਹੈ। ਗਿਆਨਵਾਨ ਪੜ੍ਹਿਆ ਲਿਖਿਆ ਬੰਦਾ ਹੀ ਕੋਈ ਦੁਕਾਨ ਕਰ ਸਕਦਾ ਹੈ, ਉਹਨੂੰ ਪੂਰੀ ਨੌਲੇਜ ਹੋਵੇ ਵਪਾਰ ਦੀ, ਬਿਜ਼ਨਸ ਦੀ। ਪਰ ਜਦੋਂ ਸਾਧ ਸੰਗਤ ਉਹ ਗਿਆਨ ਚਲਦਿਆਂ ਚਲਦਿਆਂ ਗੁਰੂ ਦਾ ਗਿਆਨ ਸ਼ੁਰੂ ਹੋਇਆ, ਬਾਹਰੀ ਗਿਆਨ ਨੇ ਸਾਧ ਸੰਗਤ ਸ਼੍ਰੀ ਕਰਤਾਰਪੁਰ ਸਾਹਿਬ ਤੱਕ ਲੈ ਆਂਦਾ ਔਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੱਕ ਆ ਗਏ। ਉੱਥੋਂ ਪਾਤਸ਼ਾਹ ਨੇ ਕਿਹਾ, ਲੈਣਿਆ ਹੁਣ ਧਿਆਨ ਦਾ ਸਫ਼ਰ ਸ਼ੁਰੂ ਹੁੰਦਾ ਹੈ, ਇੱਥੇ ਗਿਆਨ ਛੱਡਣਾ ਪੈਂਦਾ। ਫਿਰ ਇਹ ਗਿਆਨ ਛੱਡਣ ਦੀ ਐਗਜ਼ਾਮਪਲ ਨਹੀਂ ਤੇ ਹੋਰ ਕੀ ਹੈ। ਪਾਤਸ਼ਾਹ ਕਹਿੰਦੇ ਨੇ, ਲੈਣਿਆ ਆਹ ਦਰਖਤ ਨੂੰ ਮਠਿਆਈ ਲੱਗੀ ਹੈ, ਝਾੜੋ ਖਾਂ ਜਰਾ। ਹੁਣ ਬੰਦੇ ਦਾ ਗਿਆਨ ਤਾਂ ਕਹਿੰਦਾ ਵੀ ਦਰਖਤ ਨੂੰ ਮਠਿਆਈ ਲੱਗ ਹੀ ਨਹੀਂ ਸਕਦੀ। ਗਿਆਨ ਤਾਂ ਇਹ ਕਹਿੰਦਾ ਦਰਖਤਾਂ ਨੂੰ ਮਠਿਆਈ ਕਿੱਥੋਂ ਲੱਗਦੀ ਹੈ। ਗਿਆਨ ਤਾਂ ਇਹ ਕਹਿੰਦਾ ਵੀ ਇਹ ਗਲਤ ਗੱਲ ਹੈ। ਪਰ ਗੁਰੂ ਦੇ ਕੋਲ ਆ ਕੇ ਗਿਆਨ ਛੱਡਣਾ ਪੈਂਦਾ, ਉੱਥੇ ਬਿਲਕੁਲ ਖਾਲੀ ਸ਼ੂਨਿਆ ਹੋਣਾ ਪੈਂਦਾ। ਜੋ ਗੁਰ ਕਹੈ ਸੋਈ ਭਲ ਮੰਨੋ। ਜਦੋਂ ਧਿਆਨ ਦਾ ਸਫ਼ਰ ਸ਼ੁਰੂ ਹੁੰਦਾ, ਗਿਆਨ ਗੁਰੂ ਅੱਗੇ ਸਮਰਪਣ ਕਰ ਦਈਦਾ। ਹੱਥ ਜੋੜ ਕੇ ਸਾਧ ਸੰਗਤ ਹੁਕਮ ਮੰਨ ਕੇ ਮਠਿਆਈ ਝਾੜਨ ਲੱਗ ਪਏ। ਕਿਸੇ ਨੇ ਪੁੱਛਿਆ, ਲੈਣਿਆ ਤੈਨੂੰ ਕੀ ਹੋ ਗਿਆ, ਤੂੰ ਤਾਂ ਪੜ੍ਹਿਆ ਲਿਖਿਆ, ਗਿਆਨ ਸਮਝ ਹੈ, ਹੱਟ ਹਿਸਾਬ ਕਿਤਾਬ ਕਰਨ ਵਾਲੇ। ਦਰਖਤਾਂ ਨੂੰ ਵੀ ਕੋਈ ਮਠਿਆਈ ਲੱਗਦੀ ਹੈ, ਦਰਖਤਾਂ ਤੋਂ ਵੀ ਕੋਈ ਮਠਿਆਈਆਂ ਝੜਦੀਆਂ ਨੇ। ਭਾਈ ਲਹਿਣਾ ਸਾਹਿਬ ਦਾ ਜਵਾਬ ਸੁਣਿਓ। ਇੱਕੋ ਗੱਲ ਕਹੀ, ਸੱਜਣੋ, ਮੈਨੂੰ ਨਹੀਂ ਪਤਾ ਦਰਖਤ ਨੂੰ ਮਠਿਆਈ ਲੱਗਦੀ ਹੈ ਕਿ ਨਹੀਂ ਲੱਗਦੀ, ਮੈਨੂੰ ਸਿਰਫ ਇੰਨਾ ਹੀ ਪਤਾ ਹੈ ਦਰਖਤ ਨੂੰ ਮਠਿਆਈ ਲੱਗਣ ਦਾ ਹੁਕਮ ਮੇਰੇ ਗੁਰੂ ਦਾ ਹੁਕਮ ਹੈ। ਮੈਨੂੰ ਇਹ ਨਹੀਂ ਪਤਾ ਦਰਖਤਾਂ ਨੂੰ ਮਠਿਆਈ ਲੱਗਦੀ ਹੈ ਕਿ ਨਹੀਂ ਲੱਗਦੀ, ਮੈਂ ਸਿਰਫ ਗੁਰੂ ਦਾ ਹੁਕਮ ਮੰਨਿਆ। ਕਿਉਂਕਿ ਹੁਕਮ ਮੰਨਿਆ ਹੋਵੇ ਪ੍ਰਵਾਨ, ਉੱਥੇ ਗਿਆਨ ਨਹੀਂ ਫਿਰ ਚੱਲ ਸਕਦਾ, ਉੱਥੇ ਮੋਰੇ ਕੋਈ ਆਰਗੂਮੈਂਟ ਨਹੀਂ ਹੈ। ਮਾਫ ਕਰਿਓ, ਸਾਡੇ ਤਾਂ ਸਵਾਲ ਹੀ ਨਹੀਂ ਮੁੱਕ ਰਹੇ। ਕਿੰਨੇ ਦਹਾਕੇ ਗੁਜ਼ਰ ਗਏ, ਸਾਡੇ ਸਵਾਲ ਖਤਮ ਨਹੀਂ ਹੋਏ। ਅਜੇ ਤੱਕ ਕੋਈ ਉਹ ਸਵਾਲ 20-20 ਸਾਲ ਤੋਂ ਲੋਕਾਂ ਦਾ ਖੜਾ ਹੈ, ਆਹ ਕਿਸ ਤਰ੍ਹਾਂ ਹੈ ਜੀ, ਆਹ ਕਿਸ ਤਰ੍ਹਾਂ ਹੈ। ਗਿਆਨ ਗੁਰੂ ਕੋਲ ਆ ਕੇ ਛੱਡ ਦਈਦਾ,
ਧਿਆਨ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ, ਉੱਥੇ ਸਭ ਕੁਝ ਛੱਡਣਾ ਪੈਂਦਾ ਹੈ। ਜਰਮਨੀ ਦਾ ਇੱਕ ਵਿਗਿਆਨੀ, ਇੱਕ ਬਹੁਤ ਵੱਡਾ ਜਰਮਨ ਦਾ ਸਾਧੂ ਹੋਇਆ ਰਮਨ, ਉਹਦੇ ਕੋਲ ਆਇਆ। ਉਹ ਕਹਿੰਦਾ ਜੀ ਮੈਂ ਬਹੁਤ ਵੱਡਾ ਵਿਗਿਆਨੀ ਹੈ, ਕੁਦਰਤ ਦਾ ਖੋਜੀ ਹੈ, ਬਾਹਰੋਂ ਖਗੋਲ ਭੂਗੋਲ ਦਾ ਵਿਗਿਆਨ ਰੱਖਦਾ, ਮੈਂ ਤੁਹਾਡੇ ਕੋਲੋਂ ਹੁਣ ਰੱਬ ਦਾ ਰਾਹ ਸਿੱਖਣ ਵਾਸਤੇ ਆਇਆ। ਤੇ ਕਹਿੰਦੇ ਨੇ ਉਹ ਰਮਨ ਨੇ ਜਵਾਬ ਦਿੱਤਾ, ਜੇ ਤੂੰ ਮੇਰੇ ਕੋਲ ਸਿੱਖਣ ਵਾਸਤੇ ਆਇਆ ਤੂੰ ਗਲਤ ਜਗ੍ਹਾ ਤੇ ਆ ਗਿਆ। ਜੇ ਸਿੱਖਣਾ ਫਿਰ ਕਿਸੇ ਹੋਰ ਕੋਲ ਜਾ। ਜੇ ਤੂੰ ਸਿੱਖਣ ਵਾਸਤੇ ਆਇਆ ਫਿਰ ਤੂੰ ਗਲਤ ਜਗ੍ਹਾ ਤੇ ਆ ਗਿਆ, ਫਿਰ ਕਿਸੇ ਹੋਰ ਕੋਲ ਜਾ। ਮੇਰੇ ਕੋਲ ਆ ਕੇ ਤਾਂ ਸਭ ਕੁਝ ਛੱਡਣਾ ਪੈਂਦਾ ਹੈ। ਜੇ ਰੱਬ ਨੂੰ ਮਿਲਣਾ ਫਿਰ ਸਿੱਖਣਾ ਕੁਝ ਨਹੀਂ, ਸਭ ਕੁਝ ਛੱਡਣਾ ਪੈਂਦਾ ਹੈ। ਸਿੱਖਿਆ ਹੋਇਆ ਵੀ ਛੱਡਣਾ ਪੈਂਦਾ ਹੈ, ਜੇ ਸਿੱਖਣ ਵਾਸਤੇ ਆਇਆ ਗਲਤ ਜਗ੍ਹਾ ਤੇ ਆ ਗਿਆ। ਕਹਿਣ ਤੋਂ ਭਾਵ ਇਹ ਹੈ ਵੀ ਗਿਆਨ ਹੋਣਾ ਚਾਹੀਦਾ, ਪਰ ਗਿਆਨ ਤੋਂ ਬਾਅਦ ਧਿਆਨ ਦਾ ਸਫ਼ਰ ਵੀ ਸ਼ੁਰੂ ਹੋਣਾ ਚਾਹੀਦਾ। ਉਹ ਧਿਆਨ ਦੇ ਸਫ਼ਰ ਦੀ ਇਹ ਨਿਸ਼ਾਨੀ ਹੈ ਜਿੱਥੇ ਆਪਣੀ ਕੋਈ ਅਕਲ ਸਮਝ ਬੁੱਧੀ ਮਤ ਨਹੀਂ। ਗੁਰੂ ਨੂੰ ਇਦਾਂ ਹੀ ਕਹਿਣਾ, ਜਿਉਂ ਭਾਵੈ ਤਿਉਂ ਮੋਹਿ ਪ੍ਰਤਪਾਲ, ਜਿਵੇਂ ਤੁਹਾਨੂੰ ਭਾਉਂਦਾ ਵਸ ਰੱਖ ਲਓ। ਇੱਥੇ ਕੋਈ ਆਪਣਾ ਗਿਆਨ ਹੈ, ਇਹ ਵੀ ਨਹੀਂ ਪੁੱਛਿਆ ਗਿਆ ਮਹਾਰਾਜ ਮੈਨੂੰ ਕੋਈ ਪਾਠ ਦੇ ਦਿਓ, ਮੈਨੂੰ ਕੋਈ ਮਹਾਰਾਜ ਜੁਗਤ ਦੇ ਦਿਓ, ਮੈਨੂੰ ਕੋਈ ਜਾਪ ਦੱਸ ਦਿਓ। ਨਹੀਂ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬਸ ਧਿਆਨ ਦਾ ਸਫ਼ਰ ਇਹ ਹੈ। ਸਿੱਖ ਨੇ ਗਿਆਨ ਛੱਡ ਕੇ ਕਹਿਣਾ, ਜਿਉਂ ਭਾਵੈ ਤਿਉਂ ਮੋਹਿ ਪ੍ਰਤਪਾਲ। ਸਾਧ ਸੰਗਤ, ਜਿਨ੍ਹਾਂ ਦਾ ਧਿਆਨ ਦਾ ਸਫ਼ਰ ਸ਼ੁਰੂ ਹੋਇਆ ਉਹ ਅਥਾਹ ਨਿਮਰਤਾ ਵਿੱਚ ਚਲੇ ਗਏ। ਇੱਕ ਚੀਜ਼ ਹੋਰ ਸਮਝਿਓ, ਗਿਆਨ ਹਉਮੈ ਪੈਦਾ ਕਰਦਾ, ਗਿਆਨ ਛੱਡ ਦੋਗੇ ਨਿਮਰਤਾ ਪੈਦਾ ਹੁੰਦੀ। ਇਹਦਾ ਭਾਵ ਅਰਥ ਇਹ ਵੀ ਨਾ ਲਿਓ ਵੀ ਪੜ੍ਹਨਾ ਨਹੀਂ ਚਾਹੀਦਾ, ਸੁਣਨਾ ਨਹੀਂ ਚਾਹੀਦਾ, ਸਿੱਖਣਾ ਨਹੀਂ ਚਾਹੀਦਾ, ਉਹ ਇੱਕ ਅਲੱਗ ਵਿਸ਼ਾ ਹੈ। ਪਰ ਸਭ ਕੁਝ ਸੁਣਨ ਪੜ੍ਹਨ ਸਿੱਖਣ ਤੋਂ ਬਾਅਦ ਅੱਗੇ ਸਫ਼ਰ ਸ਼ੁਰੂ ਹੁੰਦਾ ਹੈ। ਸਿੱਖਣਾ ਹੀ ਇਹ ਹੈ ਕਿ ਮੇਰਾ ਮੁਝ ਮੈਂ ਕਿਛ ਨਹੀਂ। ਸਿੱਖਣਾ ਹੀ ਇਹ ਹੈ ਕਿ ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੇ ਮੇਰਾ। ਜਦੋਂ ਆਹ ਕੁਝ ਸਿੱਖ ਲੈਂਦਾ ਉਦੋਂ ਸਾਧ ਸੰਗਤ ਧਿਆਨ ਦਾ ਸਫ਼ਰ ਸ਼ੁਰੂ ਹੁੰਦਾ ਹੈ। ਇਹ ਯਾਦ ਰੱਖਿਓ, ਬਾਹਰੀ ਤੌਰ ਤੇ ਗਿਆਨ ਹੋਣਾ ਚਾਹੀਦਾ, ਪਰ ਧਿਆਨ ਦਾ ਸਫ਼ਰ ਸ਼ੁਰੂ ਹੋਵੇ ਉਦੋਂ ਗਿਆਨ ਦਾ ਹੰਕਾਰ ਛੱਡਣਾ ਪੈਂਦਾ। ਭਾਈ ਵੀਰ ਸਿੰਘ ਹੋਰਾਂ ਇੱਕ ਰਬਾਈ ਲਿਖੀ ਹੈ, ਉਹ ਕਹਿੰਦੇ ਮੈਂ ਬੜਾ ਗਿਆਨ ਇਕੱਠਾ ਕੀਤਾ, ਜਿੱਥੇ ਕਿਸੇ ਨੇ ਦੱਸਿਆ ਉਹਦੇ ਕੋਲੋਂ ਸਿੱਖਦਾ ਰਿਹਾ ਧਰਮ ਦਾ ਗਿਆਨ। ਔਰ ਸਿੱਖ ਧਰਮ ਦੇ ਅੰਦਰ ਸਾਧ ਸੰਗਤ ਅਸੀਂ ਭਾਈ ਵੀਰ ਸਿੰਘ ਹੋਰਾਂ ਨੂੰ ਸੰਤ ਕਵੀ ਮੰਨਦੇ ਹਾਂ। ਕਿਉਂ? ਉਹਨਾਂ ਦੀਆਂ ਰਬਾਈਆਂ ਜਿਹੜੀਆਂ ਨੇ, ਲਿਖਤਾਂ ਜਿਹੜੀਆਂ ਨੇ, ਉਹ ਟੁੱਟੀਆਂ ਸੁਰਤਾਂ ਨੂੰ ਰੱਬ ਵੱਲ ਦੇ ਪਾਸੇ ਪ੍ਰੇਰਦੀਆਂ ਨੇ, ਜੋੜਦੀਆਂ ਨੇ ਰੱਬ ਨਾਲ। ਉਹਨਾਂ ਇੱਕ ਰਵਾਈ ਲਿਖੀ, ਕਹਿੰਦੇ ਸਿਰ ਕੱਚ ਕੌਲ ਬਣਾ ਹੱਥ ਲੀਤਾ, ਪੜਿਆਂ ਦੁਆਰੇ ਫਿਰਿਆ, ਬੜਾ ਗਿਆਨ ਇਕੱਠਾ ਕੀਤਾ। ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁੰਨ ਤੁੰਨ ਕੇ ਇਹ ਭਰਿਆ, ਭਰਿਆ ਵੇਖ ਅਫਰਿਆ ਮੈਸਾ। ਕੁਝ ਸਾਲਾਂ ਬਾਅਦ ਅਫਰ ਗਿਆ, ਮੈਨੂੰ ਤਾਂ ਗਿਆਨ ਹੀ ਬਹੁਤ ਆ ਗਿਆ। ਹੁਣ ਤਾਂ ਜਿਹਦੇ ਨਾਲ ਮਰਜ਼ੀ ਬਹਿਸ ਕਰ ਲਓ, ਜਿਹਦੇ ਨਾਲ ਮਰਜ਼ੀ ਕੋਈ ਮੇਰੇ ਨਾਲ ਵਿਚਾਰ ਕਰ ਲੈ, ਜਿੱਥੋਂ ਮਰਜ਼ੀ ਕੋਈ ਆ ਕੇ ਵਿਚਾਰ ਕਰੇ, ਕਹਿੰਦੇ ਅਫਰ ਗਿਆ ਮਨ, ਵਿਗਿਆਨ ਬੜਾ। ਕਈ ਵਾਰ ਇਸ ਗੱਲ ਦੀ ਵੀ ਅਫਰ ਅੰਦਰ ਜਾਂਦਾ ਬੰਦਾ, ਮੈਨੂੰ ਤਾਂ 20 ਸਾਲ ਹੋ ਗਏ ਜੀ ਕਥਾ ਕਰਦੇ ਆ, ਮੈਨੂੰ ਤਾਂ 40 ਸਾਲ ਹੋ ਗਏ ਜੀ ਇਸ ਪੀਰੀਅਡ ਵਿੱਚ। ਇੱਥੇ ਸਾਲਾਂ ਦਾ ਕੋਈ ਤਕਾਜ਼ਾ ਨਹੀਂ, ਨਾ ਸਨਿਓਰਟੀ, ਨਾ ਕੋਈ ਰਿਜ਼ਰਵੇਸ਼ਨ। ਇੱਥੇ ਜਿੰਨੀ ਜਲਦੀ ਕੋਈ ਢਹਿ ਜਾਏ ਉਨੀ ਜਲਦੀ ਗੁਰੂ ਨਾਨਕ ਨੂੰ ਆਪਣਾ ਬਣਾ ਲੈਂਦੇ ਨੇ। ਗਿਆਨ ਦਾ ਹੰਕਾਰ ਛੱਡਣਾ ਪੈਂਦਾ। ਕਹਿੰਦੇ ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁੰਨ ਤੁੰਨ ਕੇ ਭਰਿਆ, ਭਰਿਆ ਵੇਖ ਅਫਰਿਆ ਮੈਸਾਂ। ਜਾਣਾ ਪੰਡਤ ਹੋਇਆ, ਚਿੱਤ ਚਾਹਿਆ ਹੁਣ ਮੈਂ ਗਿਆਨੀ ਹੋ ਗਿਆ। ਜਾਣਾ ਪੰਡਤ ਹੋਇਆ, ਕਹਿੰਦੇ ਫਿਰ ਇਹ ਅਫਰ ਗਿਆ ਮਨ ਗਿਆਨ ਨਾਲ ਕਿ ਮੈਨੂੰ ਤਾਂ ਬਹੁਤ ਗਿਆਨ ਹੈ। ਪਰ ਇੱਕ ਦਿਨ ਫਿਰ ਐਸਾ ਆਇਆ ਜਿੱਦਣ ਮੈਂ ਗੁਰੂ ਦੇ ਅੱਗੇ ਇਹ ਭਰਿਆ ਗਿਆਨ ਦਾ ਕਚਕੌਲ ਰੱਖਿਆ, ਜਿੱਦਣ ਸੁਰਤੀ ਨੇ ਗਿਆਨ ਛੱਡ ਕੇ ਧਿਆਨ ਦਾ ਸਫ਼ਰ ਸ਼ੁਰੂ ਕੀਤਾ, ਉਦਣ ਸਿਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਰੱਖਿਆ। ਗੁਰੂ ਗ੍ਰੰਥ ਸਾਹਿਬ ਚੋਂ ਆਵਾਜ਼ ਆਈ, ਮੈਨੂੰ ਬਹੁਤੇ ਗਿਆਨੀਆਂ ਦੀ ਲੋੜ ਨਹੀਂ, ਮੈਨੂੰ ਤੇਰੇ ਗਿਆਨ ਦੀ ਜ਼ਰੂਰਤ ਨਹੀਂ। ਸੱਜਣਾ, ਜਿਹੜਾ ਗਿਆਨ ਪੜ੍ਹ ਕੇ ਹੰਕਾਰ ਵਿੱਚ ਆ ਜਾਏ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਨਜ਼ਰ ਵਿੱਚ ਮੂਰਖ ਹੈ, ਪੜਿਆ ਹੋਇਆ ਨਹੀਂ ਹੈ। ਇੱਕ ਦਿਨ ਇਹ ਕੱਚ ਕੌਲ ਲੈ ਗਿਆ, ਜਾ ਮੁਰਸ਼ਦ ਦੇ ਧਰਿਆ। ਜਦੋਂ ਗੁਰੂ ਅੱਗੇ ਸਿਰ ਝੁਕਾਇਆ, ਅੰਦਰੋਂ ਆਵਾਜ਼ ਆਈ ਕਿ ਪੜਿਆ ਮੂਰਖ ਆਖੀਐ, ਜਿਸ ਲੱਭ ਲੋਭ ਅਹੰਕਾਰਾ।
ਮੇਰੀ ਨਜ਼ਰ ਤਾਂ ਪੜਿਆ ਮੂਰਖ ਹੈ। ਇਹ ਗੱਲ ਗੁਰੂ ਨੇ ਕਹੀ। ਇੱਕ ਦਿਨ ਇਹ ਕੱਚ ਕੌਲ ਲੈ ਗਿਆ, ਜਾ ਮੁਰਸ਼ਦ ਦੇ ਧਰਿਆ, ਝੂਠ ਝੂਠ ਕਰਿਓ ਸੋ ਲਟਾਇਆ, ਸਾਰਾ ਖਾਲੀ ਕਰਿਆ। ਕਹਿੰਦੇ ਫਿਰ ਮਲ ਮਲ ਕੇ ਫਿਰ ਧੋਤਾ ਇਸ ਨੂੰ। ਗੁਰੂ ਨੇ ਕਿਹਾ ਸੇਵਾ ਕਰ ਜਾ, ਬਾਹਰੋਂ ਭਾਂਡੇ ਮਹਾਂ ਤੇਰੀ ਅੰਦਰ ਦੀ ਸੁਰਤ ਮੰਜੀ ਜਾਵੇ, ਜੋੜੇ ਝਾੜ ਕਿਸੇ ਦੇ ਤੇਰੀ ਅੰਦਰ ਦੀ ਮਹਿਲ ਉਤਰ ਜਾਏ, ਤੇਰੇ ਅੰਦਰ ਨਿਮਰਤਾ ਪੈਦਾ ਹੋ ਜਾਏ। ਮਲ ਮਲ ਕੇ ਫਿਰ ਧੋਤਾ ਇਸ ਨੂੰ, ਮੈਲ ਇਲਮ ਦੀ ਲਾਹੀ। ਇਹਦਾ ਮਤਲਬ ਗਿਆਨ ਦੀ ਵੀ ਮੈਲ ਲੱਗਦੀ ਹੈ। ਵੇਖੋ ਇਹ ਕੱਚ ਕੌਲ ਲਿਸ਼ਕਿਆ, ਵਾਂਗ ਕਮਲ ਦੇ ਖਿਲਿਆ। ਕਹਿੰਦੇ ਗੁਰੂ ਨੇ ਕਮਲ ਦੀ ਤਰ੍ਹਾਂ ਖਿਲਾਰ ਦਿੱਤਾ, ਐਂ ਲਿਸ਼ਕਾ ਦਿੱਤਾ। ਜਿਹੜਾ ਮੈਲ ਨਾਲ ਭਰਿਆ ਸੀ, ਜਿਹੜਾ ਕਹਿੰਦਾ ਸੀ ਮੈਂ ਗਿਆਨੀ ਬਹੁਤ ਹੈ, ਹੁਣ ਉਹ ਕਹਿੰਦਾ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੈ ਸਰੀਰ, ਜੋ ਕਿਛ ਕੀਆ ਸੋ ਹਰ ਕੀਆ, ਭਇਓ ਕਬੀਰ ਕਬੀਰ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਭਾਈ ਗੁਰਦਾਸ ਸਾਹਿਬ ਲਿਖਦੇ ਨੇ ਵੀ ਸੱਚਖੰਡ ਗਏ ਤੇ ਰੋਜ਼ ਸੱਚਖੰਡ ਚੋਂ ਕੀ ਲਿਆਉਂਦੇ ਨੇ ਜਾ ਕੇ, ਆਪਣੇ ਸਿੱਖਾਂ ਨੂੰ ਵਰਤਾਉਣ ਵਾਸਤੇ ਦੋ ਚੀਜ਼ਾਂ। ਰੱਬ ਨੂੰ ਕਿਹਾ, ਹੇ ਅਕਾਲ ਪੁਰਖ ਸਭ ਤੋਂ ਕੀਮਤੀ ਚੀਜ਼ ਬਖਸ਼ਿਸ਼ ਕਰੋ। ਅਕਾਲ ਪੁਰਖ ਰੱਬ ਦੀ ਦਰਗਾਹ ਚੋਂ ਸਭ ਤੋਂ ਕੀਮਤੀ ਵਸਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲਿਆਂਦੀ। ਰੱਬ ਨੇ ਕਿਹਾ ਸਭ ਤੋਂ ਕੀਮਤੀ ਵਸਤੂ ਹੈ ਨੌ ਨਿਧ ਨਾਮ। ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਸਭ ਤੋਂ ਕੀਮਤੀ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਚੀਜ਼ ਹੋਰ ਮੰਗ ਲਈ, ਉਹ ਵੀ ਦੇ ਦਿਓ, ਮੈਂ ਉਹ ਵੀ ਆਪਣੇ ਸਿੱਖਾਂ ਨੂੰ ਵਰਤਾਉਣੀ ਹੈ। ਕਿਉਂ ਪੁੱਛਿਆ? ਅਕਾਲ ਪੁਰਖ ਰੱਬ ਪੁੱਛਦਾ ਕਿਹੜੀ ਚੀਜ਼ ਹੋਰ ਚਾਹੀਦੀ ਹੈ? ਸਭ ਤੋਂ ਉੱਤਮ ਤਾਂ ਨੌ ਨਿਧ ਅੰਮ੍ਰਿਤ ਨਾਮ ਹੈ। ਤੇ ਰੱਬ ਕੋਲੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਡੇ ਲਈ ਇੱਕ ਚੀਜ਼ ਹੋਰ ਲਿਆਂਦੀ, ਨੌ ਨਿਧ ਅੰਮ੍ਰਿਤ ਨਾਮ ਸਭ ਤੋਂ ਉੱਤਮ ਹੈ, ਪਰ ਜਿਹਦੇ ਵਿੱਚ ਨਾਮ ਨੇ ਟਿਕਣਾ ਉਹ ਵੀ ਦੇ ਦਿਓ। ਨਾਮ ਨੇ ਕਾਹਦੇ ਟਿਕਣਾ? ਨਿਮਰਤਾ ਵਿੱਚ, ਗਰੀਬੀ ਵਿੱਚ, ਸੰਤੋਖ ਵਿੱਚ, ਸਹਿਜ ਵਿੱਚ। ਇਸੇ ਲਈ ਭਾਈ ਗੁਰਦਾਸ ਜੀ ਲਿਖਦੇ, ਬਾਬਾ ਪੈਂਦਾ ਸੱਚਖੰਡ ਕੀ ਲਿਆਂਦਾ? ਨੌ ਨਿਧ ਨਾਮ ਗਰੀਬੀ ਪਾਈ। ਸਿੱਖਾ ਹੰਕਾਰ ਛੱਡ ਕੇ ਨਿਮਰਤਾ ਦਾ ਭਾਂਡਾ ਚਾਹੀਦਾ, ਜਿਹਦੇ ਵਿੱਚ ਗੁਰੂ ਦਾ ਦਿੱਤਾ ਉਹ ਸ਼ਬਦ ਨਾਮ ਟਿਕਣਾ। ਬਿਨਾਂ ਸਹਿਜ ਸੰਤੋਖ ਨਿਮਰਤਾ ਤੋਂ ਸ਼ਬਦ ਨਹੀਂ ਟਿਕੇਗਾ। ਨਾਮ ਕੀਮਤੀ ਹੈ, ਪਰ ਉਹ ਭਾਂਡਾ ਵੀ ਕੀਮਤੀ ਹੈ ਜਿਹਦੇ ਵਿੱਚ ਟਿਕਦਾ। ਉਹ ਭਾਂਡਾ ਵੀ ਚਾਹੀਦਾ ਜਿਹਦੇ 'ਚ ਨਾਮ ਟਿਕਣਾ। ਇੱਕ ਉਦਾਹਰਨ ਕਹਿ ਕੇ ਆਪਾਂ ਸ਼ਬਦ ਦੇ ਅੱਗੇ ਚਲੀਏ। ਜਿੱਥੇ ਤੁਸੀਂ ਇਸ਼ਨਾਨ ਕੀਤਾ ਸ੍ਰੀ ਅੰਮ੍ਰਿਤਸਰ ਸਰੋਵਰ ਹੈ, ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਸਥਾਨ ਹੈ। ਵਕਤ ਆਇਆ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਇਸ ਜਗ੍ਹਾ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਇਮਾਰਤ ਬਣਾਈ। ਇਤਿਹਾਸ ਤੁਹਾਨੂੰ ਪਤਾ ਹੈ, ਸਾਈਂ ਮੀਆਂ ਮੀਰ ਜੀ ਦੇ ਪਾਸੋਂ ਨੀਂਹ ਰਖਵਾ ਦਿੱਤੀ, ਇਮਾਰਤ ਤਿਆਰ ਹੋ ਗਈ। ਫਿਰ ਪਾਤਸ਼ਾਹ ਨੇ ਕਿਹਾ ਭਾਈ ਹੁਣ ਇਹਦੇ ਚਾਰ ਛਪੇਰੇ ਇਸ ਸਰੋਵਰ ਵਿੱਚ ਜਲ ਛੱਡੀਏ। ਬਾਹਰੋਂ ਜਲ ਲਿਆ ਕੇ ਸਾਰਾ ਦਿਨ ਗੁਰੂ ਦੇ ਸਿੱਖ ਸਰੋਵਰ ਵਿੱਚ ਪਾਉਂਦੇ ਰਹੇ। ਜਦੋਂ ਖੂਹਾਂ ਤੋਂ ਜਲ ਲਿਆ ਕੇ ਸਰੋਵਰ ਵਿੱਚ ਭਰਦੇ ਰਹੇ, ਚਾਰ ਛਪੇਰੇ ਇਮਾਰਤ ਦੇ ਬਣਿਆ ਛੋਟਾ ਸਰੋਵਰ, ਇਹਦੇ ਅੰਦਰ ਜਲ ਭਰ ਦਿੱਤਾ। ਜਲ ਨੱਕੋ ਨੱਕ ਭਰ ਗਿਆ। ਫਿਰ ਪਾਤਸ਼ਾਹ ਨੇ ਸਿੱਖਾਂ ਨੂੰ ਕਿਹਾ ਕੱਲ ਤੋਂ ਇਹਦੇ ਵਿੱਚ ਇਸ਼ਨਾਨ ਕਰਨਾ ਸ਼ੁਰੂ ਕਰੋ। ਸਰੋਵਰ ਭਰ ਕੇ ਕਹਿੰਦੇ ਨੇ ਸਿੱਖ ਆਰਾਮ ਕਰਨ ਸੌਂ ਗਏ। ਰਾਤ ਪੈ ਗਈ, ਸਵੇਰੇ ਉੱਠ ਕੇ ਇਸ਼ਨਾਨ ਕਰਾਂਗੇ। ਪਾਤਸ਼ਾਹ ਨੇ ਬਹੁਤ ਵੱਡਾ ਕੁੰਭ ਤਿਆਰ ਕੀਤਾ, ਬੜਾ ਵੱਡੀ ਬਖਸ਼ਿਸ਼ ਕਰਕੇ ਸਰੋਵਰ ਦਿੱਤਾ। ਪਰ ਜਦੋਂ ਸਵੇਰੇ ਸੰਗਤ ਜਾਗੀ, ਹੈਰਾਨੀ ਦੀ ਹੱਦ ਨਾ ਰਹੀ। ਰਾਤੋਂ ਰਾਤ ਸਰੋਵਰ ਵਿੱਚੋਂ ਸਾਰਾ ਹੀ ਪਾਣੀ ਸੁੱਕ ਗਿਆ। ਸਵੇਰੇ ਵੇਖਿਆ ਸਰੋਵਰ ਖਾਲੀ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਆਉਂਦੇ ਨੇ, ਸਿੱਖ ਬੇਨਤੀ ਕਰਦੇ ਸੱਚੇ ਪਾਤਸ਼ਾਹ ਸਰੋਵਰ ਦਾ ਪਾਣੀ ਸੁੱਕ ਗਿਆ। ਮਹਾਰਾਜ ਇਹ ਕੀ ਘਟਨਾ ਘਟੀ? ਮਹਾਰਾਜ ਤੁਸੀਂ ਕਹਿੰਦੇ ਸੀ ਸਰੋਵਰ ਇਸ਼ਨਾਨ ਕਰਨ ਵਾਸਤੇ ਹੈ, ਇੱਥੇ ਇਸ਼ਨਾਨ ਕਰਾਂਗੇ। ਮਹਾਰਾਜ ਤੁਸੀਂ ਇੰਨੀਆਂ ਬਖਸ਼ਿਸ਼ਾਂ ਕੀਤੀਆਂ, ਜਲ ਸੁੱਕ ਗਿਆ ਸਰੋਵਰ ਦਾ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਕਿਹਾ ਫਿਰ ਇੰਜ ਕਰੋ, ਇੱਥੋਂ ਥੋੜੀ ਦੂਰੀ ਦੀ ਵਿੱਥ ਉੱਤੇ ਸੰਤੋਖਸਰ ਸਰੋਵਰ ਹੈ, ਜਿਹਨੂੰ ਅੱਜ ਸੰਤੋਖਸਰ ਸਰੋਵਰ ਕਹਿੰਦੇ। ਉਸ ਜਗ੍ਹਾ ਤੋਂ ਪਾਤਸ਼ਾਹ ਨੇ ਕਿਹਾ ਭਾਈ ਜਲ ਮਿੱਟੀ ਲੈ ਕੇ ਆਓ, ਪਹਿਲਾਂ ਇਸ ਸਰੋਵਰ ਵਿੱਚ ਪਾਓ। ਹੁਣ ਇਹਨੂੰ ਜੇ ਵਾਰੀ ਤੌਰ ਤੇ ਵਿਗਿਆਨਕ ਢੰਗ ਨਾਲ ਵੇਖੀਏ, ਇਹਨੂੰ ਐਂ ਵਿਦਵਾਨ ਕਹਿਣਗੇ ਵੀ ਜੀ ਉਹ ਰੇਤਲੀ ਜਗ੍ਹਾ ਸੀ, ਪਾਣੀ ਥੱਲੇ ਰੇਤੇ ਵਿੱਚ ਚਲਾ ਗਿਆ।
ਜਿਹੜੀ ਜਗ੍ਹਾ ਤੇ ਸੰਤੋਖਸਰ ਸਰੋਵਰ, ਉੱਥੋਂ ਚੀਕਣੀ ਮਿੱਟੀ ਪਾਤਸ਼ਾਹ ਨੇ ਪਟਵਾ ਕੇ ਲਿਆ ਕੇ ਸਰੋਵਰ ਵਿੱਚ ਥੱਲੇ ਵਿਛਾਈ, ਫਿਰ ਪਾਣੀ ਟਿਕ ਗਿਆ। ਵਾਰੀ ਤੌਰ ਤੇ ਗੱਲ ਠੀਕ ਹੈ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਪ੍ਰਤੱਖ ਹਰ ਨੇ। ਜੇ ਗੁਰੂ ਅਰਜਨ ਦੇਵ ਮਹਾਰਾਜ ਚਾਹਣ ਤਾਂ ਉਹ ਰੇਤੇ ਉੱਤੇ ਵੀ ਜਲ ਟਿਕਾ ਸਕਦੇ ਸੀ। ਗੁਰੂ ਅਰਜਨ ਦੇਵ ਮਹਾਰਾਜ ਤਾਂ ਰੱਬ ਨੇ। ਮੇਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਚਾਹਣ ਉਹ ਤਾਂ ਰੇਤ ਉੱਤੇ ਵੀ ਪਾਣੀ ਟਿਕਾ ਸਕਦੇ ਸੀ। ਗੱਲ ਸੱਜਣੋਂ ਕੱਲੀ ਰੇਤਲੀ ਜ਼ਮੀਨ ਦੀ ਜਾਂ ਸੰਤੋਖਸਰ ਸਰੋਵਰ ਤੋਂ ਲਿਆ ਕੇ ਚਿਕਨੀ ਮਿੱਟੀ ਪਾਉਣ ਦੀ ਨਹੀਂ, ਗੱਲ ਬਾਹਰੀ ਸਾਖੀ ਤੋਂ ਸਿੱਖਾਂ ਨੂੰ ਸਮਝਾਉਣ ਦੀ ਸੀ। ਉਹ ਸਿੱਖਾ, ਤੇਰੇ ਅੰਦਰ ਵੀ ਹਿਰਦੇ ਦੇ ਸਰੋਵਰ ਵਿੱਚ ਅੰਮ੍ਰਿਤ ਨਾਮ ਰੂਪੀ ਜਲ ਉਦੋਂ ਟਿਕਣੇ ਜਦੋਂ ਸੰਤੋਖ ਦਾ ਥੱਲਾ ਲੱਗਾ ਹੋਏਗਾ। ਜੇ ਅੰਦਰ ਸੰਤੋਖ ਦਾ ਥੱਲਾ ਨਹੀਂ, ਸਹਿਜ ਦਾ ਥੱਲਾ ਨਹੀਂ, ਨਿਮਰਤਾ ਦਾ ਥੱਲਾ ਨਹੀਂ ਲੱਗਾ ਤਾਂ ਸੱਜਣਾ ਹਿਰਦੇ ਦੇ ਇਸ ਸਰੋਵਰ ਵਿੱਚ ਵੀ ਨਾਮ ਜਲ ਟਿਕਣਾ ਨਹੀਂ। ਪਾਤਸ਼ਾਹ ਨੇ ਇਹ ਸਮਝਾਉਣਾ ਸੀ। ਕੋਈ ਵੀ ਗੱਲ ਹਜ਼ੂਰ ਨੇ ਸਮਝਾਈ ਹੈ, ਬਾਹਰੋਂ ਦ੍ਰਿਸ਼ਟਾਂਤ ਦੇ ਕੇ ਅੰਦਰ ਦੀ ਗੱਲ ਸਮਝਾਈ ਹੈ। ਪਰ ਮਾਫ ਕਰਿਓ, ਸਾਡਾ ਇਹ ਦੁਖਾਂਤ ਹੈ, ਅਸੀਂ ਹੁਣ ਜ਼ਿਆਦਾ ਪੜ੍ਹ ਲਿਖ ਗਏ। ਅਸੀਂ ਕਹਿੰਦੇ ਬਾਹਰ ਦੀ ਗੱਲ ਹੀ ਨਾ ਜੀ ਕਰੋ, ਸਿੱਧਾ ਅੰਦਰ ਹੀ ਜਾਣਾ ਸਰੋਵਰ ਦੇ। ਇਹ ਤਾਂ ਅੰਦਰਲੇ ਸਰੋਵਰ ਦੀ ਗੱਲ ਕੀਤੀ ਹੈ ਅੰਦਰ ਵੀ ਸਰੋਵਰ, ਪਰ ਸੱਜਣੋਂ ਬਾਹਰੋਂ ਵੀ ਰਸਤਾ ਹੈ ਜਿਹਦੇ ਰਾਹੀਂ ਤੁਹਾਨੂੰ ਜਾਣਾ ਪੈਣਾ। ਇਹ ਨਾ ਕਹੀਏ ਜੀ ਬਾਹਰ ਦੇ ਸਰੋਵਰ ਦੀ ਕੋਈ ਗੱਲ ਨਹੀਂ, ਬਾਹਰ ਨਹੀਂ ਕੁਝ ਵੀ, ਅਸੀਂ ਸਿੱਧਾ ਅੱਗੇ ਦੀਆਂ ਗੱਲਾਂ ਕਰਦੇ। ਗੁਰੂ ਕਿਰਪਾ ਬਖਸ਼ਿਸ਼ ਕਰੇ ਸਾਨੂੰ ਸਾਧ ਸੰਗਤ ਹੰਕਾਰ ਤੋਂ ਨਿਜਾਤ ਮਿਲੇ। ਇਹ ਗਿਆਨ ਨੇ ਬੜੇ ਝਗੜੇ ਪਾਏ ਹੋਏ ਨੇ ਹੋਵੇਂ ਕਰਕੇ, ਮੈਨੂੰ ਆ ਵੀ ਪਤਾ ਹੈ। ਪਰ ਜਦੋਂ ਤੁਸੀਂ ਗੁਰੂ ਦੇ ਦਰ ਉੱਤੇ ਗਿਆਨ ਤੋਂ ਧਿਆਨ ਦਾ ਸਫ਼ਰ ਸ਼ੁਰੂ ਕਰੋਗੇ, ਉੱਥੇ ਤਮਾਮ ਗਿਆਨ ਛੱਡਣਾ ਪੈਂਦਾ। ਉੱਥੇ ਇਸ ਗੱਲ ਦਾ ਕੋਈ ਮਾਇਨਾ ਨਹੀਂ ਕਿਹਨੂੰ ਕਿੰਨੇ ਸਾਲ ਗਿਆਨ ਪੜ੍ਹਦਿਆਂ ਹੋ ਗਏ। 10ਵੇਂ ਪਾਤਸ਼ਾਹ ਨੇ ਤਾਂ ਮੋਹਰ ਹੀ ਲਾਤੀ, ਤੁਸੀਂ ਰੋਜ਼ ਪੜ੍ਹਦੇ ਹੋ, ਹੁਣ ਵੀ ਪੜ੍ਹ ਕੇ ਆਏ ਹੋ। ਕਹਿੰਦੇ ਗਿਆਨ ਦਾ ਕਾਹਦਾ ਮਾਣ ਕਰਦਾ ਬਈ? ਤੂੰ ਕਹਿੰਦੇ 10 ਸਾਲ 20 ਸਾਲ 30 ਸਾਲ 40 ਸਾਲ 50 ਸਾਲ ਹੋ ਗਏ ਤੈਨੂੰ ਕਥਾ ਕਰਦਿਆਂ, ਇਹ ਕੋਈ ਗਿਆਨ ਹੈ? ਠੀਕ ਹੈ, ਤੈਨੂੰ 50 ਸਾਲ ਹੋ ਗਏ ਹੋਣਗੇ, ਪਰ 10ਵੇਂ ਪਾਤਸ਼ਾਹ ਨੇ ਕਿਹਾ ਗਿਆਨ ਨਾਲ ਰੱਬ ਨਹੀਂ ਉਹ ਮਿਲਣਾ। 50 ਸਾਲ ਛੱਡ, ਸਾਰੀ ਉਮਰ ਵਖਿਆਨ ਕਰੀ ਚੱਲ, ਇਹ ਤਰੀਕਾ ਹੀ ਨਹੀਂ ਹੈ ਰੱਬ ਨੂੰ ਮਿਲਣ ਦਾ। ਜਿੱਦਣ ਮਿਲਣੇ ਗਿਆਨ ਚਾਹੀਦਾ, ਪਰ ਉਦਣ ਗਿਆਨ ਛੱਡ ਕੇ ਧਿਆਨ ਦਾ ਸਫ਼ਰ ਸ਼ੁਰੂ ਕਰਨਾ ਪੈਣਾ। ਵਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਸਾਚ ਕਹੂੰ ਸੁਣ ਲਿਓ, ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਜਦੋਂ ਪ੍ਰੇਮ ਤੇ ਧਿਆਨ ਦਾ ਸਫ਼ਰ ਸ਼ੁਰੂ ਹੋਇਆ, ਉਦੋਂ ਆਹ ਗੱਲ ਸ਼ੁਰੂ ਹੋਈ। ਕੋਈ ਗਿਆਨ ਨਹੀਂ, ਕੋਈ ਨਹੀਂ ਪੁੱਛਿਆ ਮਹਾਰਾਜ ਮੈਨੂੰ ਜੁਗਤ ਦੱਸੋ, ਮੈਨੂੰ ਜਾਪ ਦੱਸੋ, ਮੈਨੂੰ ਪਾਠ ਦੱਸੋ। ਨਹੀਂ, ਸਿੱਧਾ ਕਿਹਾ ਜਿਉਂ ਭਾਵੈ ਤਿਉਂ ਮੋਹਿ ਪ੍ਰਤਪਾਲ। ਮੈਨੂੰ ਨਹੀਂ ਕੁਝ ਵੀ ਆਉਂਦਾ, ਜਿਵੇਂ ਤੁਹਾਨੂੰ ਭਾਉਂਦਾ ਤਿਵੇਂ ਮੇਰੀ ਪ੍ਰਤਪਾਲਣਾ ਕਰੋ, ਮੈਨੂੰ ਔਗਣਾ ਤੋਂ ਬਚਾਵੋ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ, ਹਮ ਬਾਰਿਕ ਤੁਮ ਪਿਤਾ ਕਿਰਪਾਲ। ਹੇ ਪਾਰ ਬ੍ਰਹਮ ਪਰਮੇਸ਼ਰ ਸਤਿਗੁਰੂ ਜੀ, ਕਿਰਪਾ ਕਰੋ, ਐਂ ਬਚਾਵੋ ਜਿਵੇਂ ਇੱਕ ਬਾਲਕ ਬੱਚੇ ਨੂੰ ਮਾਂ ਪਿਓ ਪਾਲਦੇ ਨੇ, ਐਦਾਂ ਪਾਲੋ। ਹੁਣ ਨਿੱਕੇ ਜਿਹੇ ਬੱਚੇ ਨੂੰ ਕੀ ਪਤਾ ਜੀ ਵੀ ਆਹ ਚੀਜ਼ ਗਰਮ ਹੈ, ਉਹਨੇ ਹੱਥ ਸਾੜ ਦੇਣਾ। ਉਹਦੇ ਕੋਲ ਤਾਂ ਗਰਮ ਪ੍ਰੈਸ ਵੀ ਆਪਾਂ ਪਰੇ ਰੱਖੀ ਦੀ ਹੈ, ਉਹਦੀ ਨਜ਼ਰ ਵਿੱਚ ਗਰਮ ਠੰਡਾ ਤੱਤਾ, ਉਹਨੂੰ ਨੌਲੇਜ ਗਿਆਨ ਨਹੀਂ ਹੈ। ਜਿਵੇਂ ਛੋਟੇ ਬੱਚੇ ਨੂੰ ਮਾਂ ਪਿਓ ਪਾਲਦੇ ਨੇ, ਐਦਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਰਦਾਸ ਕਰ, ਪਾਤਸ਼ਾਹ ਮੈਨੂੰ ਗੁਣ ਔਗਣ ਪਾਪ ਪੁੰਨ ਦਾ ਸਮਝ ਨਹੀਂ ਹੈ, ਪਤਾ ਨਹੀਂ ਮੇਰੇ ਕੋਲੋਂ ਕਿੰਨੇ ਕੌਗਣ ਹੋ ਜਾਂਦੇ ਨੇ, ਮਹਾਰਾਜ ਆਪ ਬਚਾਓ। ਤਾਈਓ ਤਾਂ ਅਰਦਾਸ ਕਰਨ ਨੂੰ ਕਿਹਾ, ਸਿੱਖਾ ਚਿੱਤ ਜੋੜ ਕੇ ਕਹਿ ਦਿਆ ਕਰ, ਪਾਤਸ਼ਾਹ ਲਾਜ ਤੇਰੇ ਹੱਥ ਹੈ, ਜਿਵੇਂ ਤੈਨੂੰ ਪਾਉਂਦਾ ਤਿਵੇਂ ਰੱਖ ਲਓ, ਸਾਨੂੰ ਗਿਆਨ ਦੀ ਗੱਲ ਨਾ ਕਹੋ। ਮਹਾਰਾਜ ਠੀਕ ਹੈ ਗਿਆਨ ਚਾਹੀਦਾ, ਪਰ ਅਸੀਂ ਆਪਣੇ ਗਿਆਨ ਨਾਲ ਫਿਰ ਧੋਖਾ ਖਾ ਜਾਵਾਂਗੇ। ਕਿਤੇ ਵੱਡੇ ਵੱਡੇ ਗਿਆਨੀ ਬੰਦੇ ਧੋਖੇ ਖਾ ਗਏ। ਇੱਥੇ ਕੋਈ ਇਸ ਤਰ੍ਹਾਂ ਦਾ ਦਾਅਵਾ ਨਹੀਂ ਹੈ ਜਿਨ੍ਹਾਂ ਨੂੰ ਲੋਕ 30-30 ਸਾਲ ਸੁਣਦੇ ਰਹੇ। ਜਿੱਦਣ ਗੁਰੂ ਨੇ ਮਿਹਰ ਦਾ ਹੱਥ ਚੁੱਕ ਲਿਆ, ਉਦੋਂ ਉਹਨਾਂ ਕੋਲੋਂ ਬਹੁਤ ਵੱਡੀਆਂ ਭੁੱਲਾਂ ਹੋਈਆਂ। ਇਸ ਲਈ ਗੁਰੂ ਅੱਗੇ ਹੱਥ ਜੋੜ ਕੇ ਅਰਦਾਸ, ਇੱਕੋ ਹੀ ਸਿਰਫ ਰਸਤਾ ਹੈ ਜਿੱਥੇ ਗੁਰੂ ਨੂੰ ਸਮਰਪਣ ਹੋ ਕੇ ਕਹਿਣਾ, ਪਾਤਸ਼ਾਹ ਜੀ ਕਿਰਪਾ ਕਰੋ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰੇ ਆ। ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰੇ ਆ। ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ।
ਗੱਜ ਕੇ ਜਿਉ ਜਾਨੋ ਤਿਉ ਰਾਖ ਹਰ ਪ੍ਰਭ ਜੀ, ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰੇ ਆ, ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰੇ ਆ, ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰੇ ਆ, ਜਿਉ ਜਾਨੋ। ਤੇ ਜੇ ਰੱਬ ਗਿਣਨ ਲੱਗ ਜਾਏ ਨਾ ਵੀ ਗੁਣ ਔਗਣ ਕਿੰਨੇ ਆ, ਫਿਰ ਤਾਂ ਆਹ ਰਿਜ਼ਲਟ ਨਿਕਲਣਾ। ਕਿਤੇ ਗਣੋ ਅਸੰਖ ਅਵਗਣ ਮੇਰੇ ਆ, ਕਿਤੇ ਗਣੋ ਅਸੰਖ ਅਵਗਣ ਮੇਰੇ ਆ, ਕਿਤੇ ਗਣੋ ਅਸੰਖ ਅਵਗਣ ਮੇਰੇ, ਕਿਤੇ ਗਣੋ ਅਸੰਖ ਅਵਗਣ ਜੀ, ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰੇ ਆ, ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰੇ ਆ, ਜਿਉ ਜਾਨੋ ਤਿਉ, ਜਿਉ ਜਾਨੋ ਤਿਉ ਰਾਖ ਹਰ ਪ੍ਰਭ। ਪਾਤਸ਼ਾਹ ਏਦਾਂ ਰੱਖ ਲਓ ਜਿਵੇਂ ਮਾਂ ਪਿਓ ਆਪਣੇ ਬੱਚੇ ਨੂੰ ਕਿਰਪਾ ਕਰਕੇ ਰੱਖਦੇ ਨੇ। ਕਿਉਂ? ਚੰਚਲ ਮਤ ਬਾਰਕ ਬਪੁਰੇ ਕੀ, ਸਰਪ ਅਗਨ ਕਰ ਮਿਲੇ। ਬੱਚੇ ਦੀ ਅਣਜਾਣ ਬੁੱਧ ਹੈ, ਉਹ ਤਾਂ ਅੱਗ ਨੂੰ ਵੀ ਚੁੱਕ ਲੈਂਦਾ, ਉਹ ਤਾਂ ਸੱਪ ਨੂੰ ਵੀ ਰੱਸੀ ਸਮਝ ਲੈਂਦਾ। ਪਾਤਸ਼ਾਹ ਕਿਰਪਾ ਕਰੋ, ਏਦਾਂ ਸਾਨੂੰ ਬਚਾਓ। ਇਸ ਤਰ੍ਹਾਂ ਪਾਤਸ਼ਾਹ ਅੱਗੇ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਹਨ। ਵਿਸ਼ਰਾਮ ਦੇ ਕੇ ਸਤਿਗੁਰ ਜੀ ਬਖਸ਼ਿਸ਼ ਕਰ ਰਹੇ ਹਨ। ਮੋਹਿ ਨਿਰਗੁਣ ਗੁਣ ਨਾਹੀ ਕੋਈ, ਪਹੁੰਚ ਨ ਸਕੋ ਤੁਮਰੇ ਕਾਲ। ਇਹ ਅਰਦਾਸ ਕਰਨੀ ਧਿਆਨ ਦੀ ਦੁਨੀਆ ਜਾ ਕੇ ਪਾਤਸ਼ਾਹ, ਮੋਹਿ ਨਿਰਗੁਣ ਗੁਣ ਨਾਹੀ ਕੋਈ, ਕੋਈ ਗੁਣ ਨਹੀਂ ਹੈ ਪਾਤਸ਼ਾਹ, ਅਸੀਂ ਨਿਰਗੁਣ ਹਾਂ, ਕਿਰਪਾ ਬਖਸ਼ਿਸ਼ ਕਰੋ। ਪਹੁੰਚ ਨਾ ਸਕੇ ਤੁਮਰੀ ਘਾਲ, ਜਿੰਨੀ ਤੁਸੀਂ ਮਿਹਰ ਕਿਰਪਾ ਬਖਸ਼ਿਸ਼ ਘਾਲਣਾ ਨਾਲ ਹੇ ਰੱਬ ਜੀ ਸਾਡੇ ਸਰੀਰ ਨੂੰ ਬਣਾਇਆ ਹੈ, ਅਸੀਂ ਤਾਂ ਉੱਥੋਂ ਤੱਕ ਵੀ ਨਹੀਂ ਪਹੁੰਚ ਸਕਦੇ। ਕਿਵੇਂ ਪਰਮਾਤਮਾ ਤੁਸੀਂ ਅੰਦਰ ਸਾਡੇ ਸਰੀਰ ਦੇ ਲੀਵਰ ਰੱਖਿਆ, ਕਿਡਨੀਆਂ ਰੱਖੀਆਂ, ਕਿਵੇਂ ਉਹ ਅੰਦਰ ਕੰਮ ਕਰ ਰਹੀਆਂ ਨੇ। ਦਿਨ ਗੁਜ਼ਰ ਕੇ ਰਾਤੀ ਬੰਦਾ ਸੌਂਦਾ, ਅੱਖਾਂ ਬੰਦ ਹੋ ਜਾਂਦੀਆਂ ਨੇ, ਕੰਨ ਬੰਦ ਨੇ, ਜ਼ੁਬਾਨ ਬੰਦ ਹੈ। ਸੁੱਤੇ ਪਏ ਬੰਦੇ ਨੂੰ ਨਜ਼ਰ ਆਉਂਦਾ ਨਹੀਂ, ਸੁੱਤੇ ਪਏ ਬੰਦੇ ਨੂੰ ਸੁਣਦਾ ਨਹੀਂ, ਸੁੱਤਾ ਪਿਆ ਬੰਦਾ ਬੋਲਦਾ ਨਹੀਂ। ਪਰ ਰੱਬ ਦੀ ਕਿੰਨੀ ਵੱਡੀ ਘਾਲ ਹੈ, ਉਹਦੀ ਘਾਲਣਾ, ਉਹਦੀ ਮਿਹਨਤ ਵੇਖੋ। ਸਰੀਰ ਸੁੱਤਾ ਪਿਆ, ਹਾਰਟ ਤਾਂ ਵੀ ਟਿਕ ਟਿਕ ਚੱਲਦਾ ਰਹਿੰਦਾ, ਹਾਰਟ ਨੂੰ ਸੁੱਤਿਆਂ ਵੀ ਚਲਾਉਂਦਾ। ਜੇ ਹਾਰਟ ਬੰਦ ਹੋ ਜਾਏ ਭਾਈ, ਫਿਰ ਨਾਲੇ ਕੰਮ ਖਤਮ। ਫਿਰ ਲੋਕ ਕਹਿੰਦੇ ਸੁੱਤਾ ਹੀ ਰਹਿ ਗਿਆ ਬੰਦਾ। ਇਹਨੂੰ ਹਾਰਟ ਨੂੰ ਕੌਣ ਚਲਾਉਂਦਾ? ਉਹ ਅਕਾਲ ਪੁਰਖ ਰੱਬ। ਇਸ ਲਈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪਹੁੰਚ ਨਾ ਸਕੇ ਤੁਮਰੀ ਘਾਲ, ਅਸੀਂ ਤਾਂ ਤੇਰਾ ਸਰੀਰ ਬਣਾਉਣ ਵਾਲੀ ਘਾਲਣਾ ਦੇ ਲਾਗੇ ਵੀ ਨਹੀਂ ਜਾ ਸਕਦੇ। ਤੁਮਰੀ ਗਤ ਮਿਤ ਤੁਮਹੀ ਜਾਨੋ, ਜੀਉ ਪਿੰਡ ਸਭ ਤੁਮਰੋ ਮਾਲ। ਪਾਤਸ਼ਾਹ ਤੁਹਾਡੀ ਗਤ ਮੈਂ ਤੁਸੀਂ ਜਾਣਦੇ ਹੋ। ਹੇ ਪਾਤਸ਼ਾਹ ਜੀ ਤੁਹਾਨੂੰ ਹੀ ਪਤਾ ਹੈ। ਹੇ ਗੁਰੂ ਅਕਾਲ ਪੁਰਖ ਵਾਹਿਗੁਰੂ, ਜੀਓ ਪਿੰਡ ਜਿੰਦ ਤੇ ਸਰੀਰ ਸਭ ਤੁਮਰੋ ਮਾਲ, ਇਹ ਤੁਹਾਡਾ ਹੀ ਬਣਾਇਆ ਹੋਇਆ। ਕਿਵੇਂ ਸਰੀਰ 'ਚ ਜਿੰਦ ਟਿਕਾਈ ਹੈ, ਕਿਵੇਂ ਜਿੰਦ ਨੂੰ ਸਰੀਰ 'ਚ ਰੱਖਿਆ, ਇਹ ਤੇਰੀਆਂ ਤੂੰ ਜਾਣਦਾ ਅਕਾਲ ਪੁਰਖ ਵਾਹਿਗੁਰੂ। ਕਦੋਂ ਕੱਢ ਲੈਂਦਾ? ਦੇਖੋ ਮਰੇ ਸਰੀਰ 'ਚੋਂ ਘਟਦਾ ਨਹੀਂ ਕੁਛ ਵੀ। ਮੈਡੀਕਲ ਸਾਇੰਸ ਨੇ ਮੰਨ ਲਿਆ, ਮਰਨ ਤੋਂ ਕੁਝ ਘੰਟਿਆਂ ਦੇ ਵਿੱਚ ਵਿੱਚ ਮਰੇ ਸਰੀਰ ਦੇ ਕੁਝ ਪਾਰਟਸ ਕੱਢ ਕੇ ਜਿਉਂਦੇ ਸਰੀਰ 'ਚ ਪਾ ਦਿਓ, ਕੰਮ ਕਰਦੇ ਨੇ ਲੋਕ। ਮਰਨ ਤੋਂ ਪਹਿਲਾਂ ਅੱਖਾਂ ਦਾਨ ਕਰ ਜਾਂਦੇ ਨੇ। ਮਰੇ ਸਰੀਰ ਦੇ ਪਾਰਟ ਕੱਢ ਕੇ ਜਿਉਂਦੇ ਸਰੀਰ 'ਚ ਪਾ ਦਿਓ, ਕੰਮ ਕਰਦੇ। ਸਰੀਰ 'ਚੋਂ ਘਟਦਾ ਕੁਝ ਨਹੀਂ, ਪਰ ਫਿਰ ਵੀ ਸਰੀਰ ਨੂੰ ਆਪਾਂ ਕਹਿੰਦੇ ਇਹ ਮਰ ਗਿਆ, ਡੈਥ ਹੋ ਗਈ। ਕਿਉਂ? ਰੱਬ ਨੇ ਜਿੰਦ ਕੱਢ ਲਈ। ਪਾਈ ਕਿਨੇ ਸੀ? ਉਹਨੇ ਹੀ ਪਾਈ ਸੀ। ਜੀਓ ਪਿੰਡ, ਹੇ ਅਕਾਲ ਪੁਰਖ ਵਾਹਿਗੁਰੂ, ਇਹ ਜਿੰਦ ਪਿੰਡ ਸਰੀਰ ਸਭ ਤੁਸੀਂ ਰੱਖਿਆ ਹੈ। ਅੰਤਰ ਜਾਮੀ ਪੁਰਖ ਸੁਆਮੀ, ਅਨਬੋਲਤ ਹੀ ਜਾਨੋ ਹਾਲ। ਦੇਖੋ ਧਿਆਨ ਵਿੱਚ ਚਲਦਿਆਂ ਹੁਣ ਗੁਰੂ ਦੇ ਦਰ ਉੱਤੇ ਇੱਥੇ ਸੁਰਤ ਆ ਗਈ, ਜਿੱਥੇ ਜਾ ਕੇ ਇਹ ਵੀ ਸੁਰਤੀ ਨੇ ਕਹਿਣਾ ਵੀ ਮੈਂ ਕੁਝ ਕਹਿਣਾ ਹੀ ਨਹੀਂ ਹੈ, ਮੈਂ ਕੁਝ ਮੰਗਣਾ ਹੀ ਨਹੀਂ ਹੈ।
ਮੈਂ ਰੱਬ ਨੂੰ ਕਹਿਣਾ ਹੀ ਨਹੀਂ ਹੈ। ਜਦੋਂ ਬਿਲਕੁਲ ਅੰਦਰੋਂ ਖਾਲੀ ਹੋ ਗਏ ਉਦੋਂ ਸਿਰਫ ਤੂੰ ਰਹਿ ਗਿਆ, ਮੈਂ ਵੀ ਮਿਟ ਗਿਆ। ਜਦੋਂ ਤੂੰ ਰਹਿ ਜਾਏ ਫਿਰ ਉਹਨੂੰ ਕਹਿਣ ਦੀ ਕੁਝ ਲੋੜ ਹੈ? ਜਦੋਂ ਜੀਓ ਜਿੰਦ ਤੇ ਉਹ ਇੱਕ ਹੋ ਜਾਏ ਫਿਰ ਉਹਨੂੰ ਕਹਿਣ ਦੀ ਕੀ ਲੋੜ ਹੈ? ਉਹ ਤਾਂ ਅੰਤਰਜਾਮੀ ਹੈ। ਇੱਥੋਂ ਤੱਕ ਧਿਆਨ ਫਿਰ ਸੁਰਤ ਨੂੰ ਲੈ ਜਾਂਦਾ ਹੈ, ਜਿੱਥੇ ਸੁਰਤੀ ਨੇ ਮੰਗਣਾ ਨਹੀਂ ਕੁਝ ਵੀ, ਕਹਿਣਾ ਨਹੀਂ ਕੁਝ, ਇਹੀਓ ਕਹਿਣਾ ਹੈ ਵਾਹਿਗੁਰੂ ਤੁਸੀਂ ਅੰਤਰਜਾਮੀ ਹੋ, ਅਨਬੋਲਤ ਹੀ ਜਾਨੋ ਹਾਲ। ਅਸੀਂ ਕੀ ਬੋਲਣਾ, ਸਾਡੇ ਵਿੱਚ ਕੀ ਹੈ, ਤੁਸੀਂ ਸਭ ਕੁਝ ਬਿਨਾਂ ਬੋਲਦਿਆਂ ਹੀ ਜਾਣਦੇ ਹੋ। ਤਨ ਮਨ ਸੀਤਲ ਹੋਏ ਹਮਾਰੋ, ਨਾਨਕ ਪ੍ਰਭ ਜੀਓ ਨਦਰ ਨਿਹਾਲ। हे ਅਕਾਲ ਪੁਰਖ ਵਾਹਿਗੁਰੂ ਨਦਰ ਕਰੋ, ਮਿਹਰ ਕਰੋ, ਕਿਰਪਾ ਬਖਸ਼ਿਸ਼ ਕਰੋ, ਮੇਰਾ ਤਨ ਮਨ ਨਿਹਾਲ ਹੋ ਜਾਏ, ਸੀਤਲ ਹੋ ਜਾਏ। ਕਾਹਦੇ ਨਾਲ? ਜੇ ਤੁਸੀਂ ਨਦਰ ਕਰਦੇ ਹੋ, ਤਨ ਮਨ ਸ਼ਾਂਤ ਹੋ ਜਾਏ। ਪਰ ਉਹਦੇ ਵਾਸਤੇ ਸਾਧ ਸੰਗਤ ਇਹ ਅਰਦਾਸ ਕਰਨੀ ਪੈਂਦੀ। ਜਪਣ ਵਾਲਿਆਂ ਰੱਬ 'ਚ ਭੇਦ ਹੋਇਆਂ ਨੇ ਵੀ ਕਿਹਾ, ਹਮ ਕੁੱਕਰ ਤੇਰੇ ਦਰਬਾਰ, ਭੌਂਕੇ ਅੱਗੇ ਬਦਨ ਪਸਾਰ। ਰੱਬ 'ਚ ਭੇਦ ਹੋਇਆਂ ਨੇ ਮੰਗਿਆ, ਸੰਤਾਂ ਮਾਨੋ ਦੂਤਾਂ ਡਾਨੋ, ਇਹ ਕੁਟਵਾਰੀ ਤੇਰੀ। ਹੇ ਵਾਹਿਗੁਰੂ ਕਿਰਪਾ ਕਰੋ, ਮੈਨੂੰ ਜਪਣ ਵਾਲਿਆਂ ਦੀ ਸੰਗਤ ਦਿਓ। ਹਮ ਕੁੱਕਰ ਤੇਰੇ ਦਰਬਾਰ, ਇੰਨੀ ਨਿਮਰਤਾ, ਆਪਣੇ ਆਪ ਨੂੰ ਕੁੱਤਾ ਕਹਿ ਕੇ ਪੁਕਾਰਨਾ। ਬਾਬਾ ਕਬੀਰ ਸਾਹਿਬ ਨੇ ਇੱਕ ਸ਼ਲੋਕ ਵਿੱਚ ਕਿਹਾ, ਕਬੀਰ ਕੁੱਕਰ ਰਾਮ ਕੋ, ਇੰਨੀ ਨਿਮਰਤਾ ਚਾਹੀਦੀ ਹੈ। ਮੁਤੀਆ ਮੇਰੋ ਨਾਉ, ਇਹਨੂੰ ਹੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ, ਇੱਤੇ ਕੁੱਕਰ ਹਉ ਵੇ ਗੰਨਾ, ਭੌਂਕਾਂ ਇਸ ਤਨ ਤਾਈ, ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਭਗਤੀ ਨਾ ਵੀ ਹੋਵੇ, ਨਾਮ ਤਾਂ ਤੇਰਾ ਹੀ ਲੱਗਣਾ ਦਾਤਾ। ਅਸੀਂ ਤਾਂ ਇੰਨਾ ਹੀ ਕਰ ਸਕਦੇ, ਜਿਵੇਂ ਕਮਜ਼ੋਰ ਜਿਹਾ ਕੁੱਤਾ ਹੋਵੇ ਨਾ, ਉਹ ਦੂਜਾ ਗਲੀ ਦੇ ਕੁੱਤਿਆਂ ਤੋਂ ਡਰਦਾ ਪਰ ਮੂੰਹ ਅੱਗੇ ਨੂੰ ਕਰਕੇ ਭੌਂਕਦਾ ਵੀ ਮੈਨੂੰ ਵੱਢ ਨਾ ਲੈਣ। ਕਹਿੰਦੇ ਤੇਰੇ ਕੋਲ ਭਗਤੀ ਨਹੀਂ, ਪਰ ਤੂੰ ਮੂੰਹ ਅੱਗੇ ਰੱਖ ਕੇ ਐਂ ਤਾਂ ਕਹਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਹੜੇ ਖਸਮ ਦਾ ਨਾਮ ਲੈ ਰਿਹਾ ਉਹਨੇ ਆਪੇ ਰੱਖ ਲੈਣਾ, ਉਹਨੇ ਆਪੇ ਹੀ ਬਚਾ ਲੈਣਾ। ਗੁਰੂ ਕਿਰਪਾ ਕਰੇ ਅਸੀਂ ਗਿਆਨ ਤੋਂ ਅੱਗੇ ਧਿਆਨ ਦੇ ਸਫ਼ਰ ਤੱਕ ਤੁਰ ਸਕੀਏ। ਆਓ ਲੜੀਵਾਰ ਪਾਵਨ ਸ਼ਬਦ ਜੋ ਰਾਮ ਕਲੀ ਰਾਗ ਅੰਦਰ ਹੈ, ਇਸ ਪਾਵਨ ਸ਼ਬਦ ਦੇ ਸ਼ਲੋਕ ਦੀ ਵਿਚਾਰ ਨਾਲ ਜੁੜੀਏ। ਰਾਮ ਕਲੀ ਮਹੱਲਾ ਪੰਜਵਾ, ਰੁੱਤੀ ਸ਼ਲੋਕ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਾਮ ਕਲੀ ਰਾਗ ਹੈ, ਮਹੱਲਾ ਪੰਜਵਾਂ, ਧੰਨ ਗੁਰੂ ਅਰਜਨ ਦੇਵ ਮਹਾਰਾਜ। ਸ਼ਲੋਕ ਲਿਖਣ ਤੋਂ ਪਹਿਲਾਂ ਲਿਖਿਆ ਰੁੱਤੀ। ਰੁੱਤੀ ਦਾ ਅਰਥ ਹੈ ਜਿਹੜੀਆਂ 6 ਰੁੱਤਾਂ ਕੁਦਰਤ ਨਾਲ ਸੰਬੰਧਿਤ ਹੈ, ਉਹਦੇ ਨਾਲ ਪਾਤਸ਼ਾਹ ਨੇ ਉਪਦੇਸ਼ ਜੋੜ ਕੇ ਸਾਨੂੰ ਸਮਝਾਇਆ। ਭਾਈ ਸਰਦ ਰੁੱਤ ਵਿੱਚ ਕੀ ਹੁੰਦਾ ਹੈ, ਵਸੰਤ ਰੁੱਤ ਵਿੱਚ ਕੀ ਹੈ, ਸੁੱਕੇ ਹੋਏ ਦਰਖਤ ਵੀ ਹਰੇ ਹੋ ਜਾਂਦੇ ਨੇ, ਕੁਮਰਾਂ ਫੁੱਟ ਜਾਂਦੀਆਂ ਨੇ। ਇੱਦਾਂ ਜਿਹੜੇ ਲੋਕ ਸਰਦ ਤੇ ਗਰਮ ਵਿੱਚ ਝੜ ਜਾਂਦੇ ਨੇ, ਹੰਕਾਰ ਹੋਮੇ ਈਰਖਾ ਦਵੈਸ਼ ਵਿਕਾਰਾਂ ਵਿੱਚ ਸੁੱਕ ਜਾਂਦੇ ਨੇ, ਉਹ ਗੁਰੂ ਦੇ ਦਰ ਉੱਤੇ ਆ ਕੇ ਉਹਨਾਂ ਤੇ ਫਿਰ ਬਸੰਤ ਆ ਜਾਂਦੀ ਹੈ, ਉਹ ਫਿਰ ਹਰੇ ਹੋ ਜਾਂਦੇ ਨੇ। ਇਸ ਤਰ੍ਹਾਂ ਪਾਤਸ਼ਾਹ ਸ਼ਲੋਕ ਦਾ ਸਰਲੇਖ ਲਿਖਦੇ ਰੁੱਤੀ ਸ਼ਲੋਕ ਅੱਗੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਅਦੁੱਤੀ ਅਕਾਲ ਪੁਰਖ ਰੱਬ ਜਿਹੜਾ ਸਰਵ ਵਿਆਪਕ ਹੈ, ਸਰਵ ਕਲਾ ਸਮਰੱਥ ਹੈ, ਓਮਨੀਪੋਟੈਂਟ ਹੈ, ਸਰਵ ਸ਼ਕਤੀਮਾਨ ਹੈ। ਉਹ ਅਕਾਲ ਪੁਰਖ ਇੱਕ ਓੰਕਾਰ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਕਾਬੂ 'ਚ ਰੱਖਿਆ ਹੈ, ਉਹ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਬਖਸ਼ਿਸ਼ ਨਾਲ ਹੀ ਮਿਲਦਾ ਹੈ। ਕਰ ਬੰਧਨ ਪ੍ਰਭ ਪਾਰ ਬ੍ਰਹਮਾ, ਬਾਸ਼ੋ ਸਾਧ ਹੈ ਧੂਰ। ਅੱਜ ਦੇ ਸ਼ਬਦ ਵਿੱਚ ਵੀ ਪਾਤਸ਼ਾਹ ਨੇ ਉਹੀਓ ਗੱਲ ਜਿਹੜੀ ਮੁੱਖ ਵਾਕ ਵਿੱਚ ਆਈ ਹੈ, ਭਾਈ ਗਿਆਨ ਛੱਡ ਕੇ ਧਿਆਨ ਦਾ ਸਫ਼ਰ ਸ਼ੁਰੂ ਕਰ। ਉੱਥੇ ਫਿਰ ਧਿਆਨ ਵਿੱਚ ਕੀ ਕਹਿਣੇ, ਕਰ ਬੰਧਨ ਪ੍ਰਭ ਪਾਰ ਬ੍ਰਹਮ ਵਾਂਛੋ ਸਾਧਾ ਧੂਰ। ਹੇ ਵਾਹਿਗੁਰੂ ਮੇਰੀ ਬੰਦਨਾ ਅਰਦਾਸ ਬੇਨਤੀ ਹੈ, ਆਪਣੇ ਸਾਧਾਂ ਦੀ, ਜਪਣ ਵਾਲਿਆਂ ਦੀ, ਗੁਰਸਿੱਖਾਂ ਦੀ ਮੈਨੂੰ ਚਰਨ ਧੂੜ ਬਖਸ਼ਿਸ਼ ਕਰੋ। ਆਪ ਨਿਵਾਰ ਹਰ ਹਰ ਭਜੋ, ਨਾਨਕ ਪ੍ਰਭ ਭਰਪੂਰ। ਮੇਰੇ ਅੰਦਰੋਂ ਆਪਾ ਖਤਮ ਹੋ ਜਾਏ, ਹਉਮੈ ਹੰਕਾਰ ਮਿਟ ਜਾਏ, ਆਪਾ ਛੱਡ ਕੇ ਹੇ ਵਾਹਿਗੁਰੂ ਮੈਂ ਤੇਰਾ ਨਾਮ ਭਜ ਸਕਾਂ, ਜਪ ਸਕਾਂ। ਕਿਰਪਾ ਕਰੋ ਨਾਨਕ ਪ੍ਰਭ ਭਰਪੂਰ। ਤੁਸੀਂ ਤਾਂ ਨੁੱਕੋ ਨੱਕ ਭਰੇ ਹੋਏ ਹੋ, ਪਰ ਸਾਡੇ ਕੋਲੋਂ ਹੀ ਉਹ ਰਸ ਪੀਤਾ ਨਹੀਂ ਜਾਂਦਾ। ਕਿਉਂ? ਅਸੀਂ ਆਪੇ ਵਿੱਚ ਹਾਂ, ਹੰਕਾਰ ਵਿੱਚ ਹਾਂ। ਚਰਨ ਧੂੜ ਦੀ ਸਾਧ ਸੰਗਤ ਵਡਿਆਈ ਹੈ ਗੁਰਮਤਿ ਦੇ ਅੰਦਰ।
ਪਾਤਸ਼ਾਹ ਨੇ ਬਚਨ ਕਹੇ। ਚਰਨ ਧੂੜ ਦਾ ਅਰਥ ਵੈਸੇ ਜੇ ਵਿਦਵਤਾ ਗਿਆਨ ਨਾਲ ਕਰਦੇ ਨੇ ਉਹ ਵੀ ਠੀਕ ਹੈ, ਮਾੜੀ ਗੱਲ ਨਹੀਂ ਹੈ, ਗਿਆਨ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ, ਪਰ ਗਿਆਨ ਤੋਂ ਅੱਗੇ ਵੀ ਆਪਾਂ ਵਧਣਾ ਹੈ। ਗਿਆਨ ਤੱਕ ਹੀ ਨਾ ਝਗੜੇ ਵਿੱਚ ਰਹੀਏ। ਐਨ ਤਾਂ ਗੱਡਿਆਂ ਦੇ ਗੱਡੇ ਭਰ ਕੇ ਬ੍ਰਹਮਦਾਸ ਨੇ ਗਿਆਨ ਦੇ ਰੱਖੇ ਹੋਏ ਸੀ। ਪਾਤਸ਼ਾਹ ਨੇ ਸਭ ਗਿਆਨ ਨੂੰ ਕਿਹਾ, ਨਾਨਕ ਲਿਖੇ ਇੱਕ ਗੱਲ, ਹੋਰ ਹਉਮੈ ਝਖਣਾ ਝਾਕ। ਸਾਧ ਸੰਗਤ, ਜੇ ਵਾਰੀ ਤੌਰ ਤੇ ਵਿਆਖਿਆ ਕਰੋ, ਚਰਨ ਧੂੜ ਦਾ ਅਰਥ ਨਿਮਰਤ ਹੈ। ਜੇ ਤੁਸੀਂ ਹੋਰ ਗਹਿਰਾਈ ਵਿੱਚ ਜਾਓ, ਅਧਿਆਤਮ ਦੇ ਅਰਥ, ਡਾਕਟਰ ਰਤਨ ਸਿੰਘ ਜੱਗੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦਕੋਸ਼ ਲਿਖਿਆ ਹੈ, ਉੱਥੇ ਚਰਨ ਧੂੜ ਦਾ ਅਰਥ ਲਿਖਿਆ ਹੋਇਆ ਕਿਸੇ ਬੰਦਗੀ ਪੁਰਸ਼ ਦੇ ਨੰਗੇ ਪੈਰ ਜਦੋਂ ਧਰਤੀ ਦੇ ਕਣਾਂ ਨਾਲ ਛੂੰਹਦੇ ਨੇ ਉਹਨੂੰ ਚਰਨ ਧੂੜ ਕਹਿੰਦੇ ਨੇ। ਉਹਦੇ ਵਿੱਚ ਬਹੁਤ ਕੁਝ ਭਰਦਾ ਹੈ। ਜਿਹਨੂੰ ਪਾਤਸ਼ਾਹ ਨੇ ਕਿਹਾ ਦਾਨ ਮਹਿੰਡਾ ਤਲੀ ਖਾਕ, ਤਲੀ ਕਹਿੰਦੇ ਨੇ ਪੈਰ ਨੰਗੇ ਹੋਣ ਤਾਂ, ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਐ, ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲਖ ਧਿਆਈਐ। ਮੰਗਣਾ ਹੈ ਪਾਤਸ਼ਾਹ, ਐਸੇ ਗੁਰਸਿੱਖਾਂ ਦੀ ਚਰਨ ਧੂੜ ਦਿਓ। ਸਾਧ ਸੰਗਤ, ਐਵੇਂ ਥੋੜੀ ਆਪਾਂ ਇਸ ਜਗ੍ਹਾ ਤੇ ਥਾਂ ਥਾਂ ਨਮਸਕਾਰ ਕਰਦੇ ਹੋ, ਪਤਾ ਕਿਉਂ? ਗੁਰੂ ਰਾਮਦਾਸ ਮਹਾਰਾਜ ਤੋਂ ਮੰਗੀਏ, ਪਾਤਸ਼ਾਹ ਆਪਣੇ ਬਖਸ਼ਿਆਂ ਦੀ ਕਿਤੇ ਚਰਨ ਧੂੜ ਹੋਵੇ, ਉੱਥੇ ਸਾਡਾ ਮਸਤਕ ਲੱਗ ਜਾਏ, ਸਾਡੇ ਵੀ ਕਰਮ ਬਦਲ ਜਾਣ। ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ। ਚਰਨ ਧੂੜ ਨਾਲ ਫਿਰ ਕੀ ਹੁੰਦਾ ਹੈ? ਕਿਲ ਵਿਖ ਕਾਟਨ ਭੈ ਹਰਣਾ, ਸੁਖ ਸਾਗਰ ਹਰ ਰਾਏ। ਭਿਆਨਕ ਪਾਪ ਨਾਸ਼ ਹੋ ਜਾਂਦੇ ਨੇ ਚਰਨ ਧੂੜ ਨਾਲ। ਕਿਲ ਵਿਖ ਕਾਟਣ ਭੈ ਹਰਨ, ਅੰਦਰੋਂ ਡਰ ਖਤਮ ਹੋ ਜਾਂਦਾ ਹੈ। ਗੁਰ ਸਾਗਰ ਹਰ ਰਾਏ, ਉਹ ਸੁੱਖਾਂ ਦੇ ਸਾਗਰ ਗੁਰੂ ਦੇ ਨਾਲ, ਰੱਬ ਨਾਲ ਮਿਲਾਪ ਹੁੰਦਾ ਹੈ। ਦੀਨ ਦਇਆਲ ਦੁਖ ਭੰਜਨੋ, ਨਾਨਕ ਨੀਤ ਧਿਆਏ। ਕਹਿੰਦੇ ਫਿਰ ਗੁਰੂ ਦੀ ਕਿਰਪਾ ਬਖਸ਼ਿਸ਼ ਹੁੰਦੀ, ਪਾਪ ਕੱਟੇ ਜਾਂਦੇ ਨੇ। ਉਹੀਓ ਮਨ ਜਿਹੜਾ ਪਾਪ ਸੋਚਦਾ, ਉਹੀਓ ਮਨ ਜਿਹੜਾ ਬੁਰਾ ਸੋਚਦਾ, ਉਹੀਓ ਮਨ ਜਿਹੜਾ ਡਰ ਭੈ ਵਿੱਚ ਹੈ, ਉਹ ਦੀਨ ਦਿਆਲੂ ਅਕਾਲ ਪੁਰਖ ਵਾਹਿਗੁਰੂ ਦੇ ਦੁੱਖ ਭੰਜਨ ਨਾਮ ਨਾਲ ਜੁੜ ਕੇ ਨਿੱਤ ਧਿਆਉਂਦਾ, ਫਿਰ ਨਿੱਤ ਜਪਦਾ। ਉਹਦੇ ਅੰਦਰ ਅਡੋਲਤਾ, ਸਥਿਰਤਾ ਆ ਜਾਂਦੀ ਹੈ, ਉਹ ਅਡੋਲ ਹੋ ਜਾਂਦਾ ਹੈ। ਭਾਈ ਸੁਬੇਗ ਸਿੰਘ ਜੀ, ਭਾਈ ਸ਼ਾਹਬਾਜ਼ ਸਿੰਘ ਜੀ, ਦੋਵੇਂ ਪਿਓ ਪੁੱਤ ਨੂੰ ਹਕੂਮਤ ਨੇ ਕੈਦ ਕਰ ਲਿਆ। ਸ਼ਾਹਬਾਜ਼ ਸਿੰਘ ਦੀ ਉਮਰ ਛੋਟੀ ਹੈ, ਹਕੂਮਤ ਡਰਾਉਂਦੀ ਰਹੀ, ਧਮਕਾਉਂਦੀ ਰਹੀ, ਭੁੱਖਾ ਪਿਆਸਾ ਰੱਖਿਆ। ਅਖੀਰ 5ਵੇਂ ਦਿਨ ਜਾ ਕੇ ਕਹਿ ਦਿੱਤਾ ਭਾਈ ਸੁਬੇਗ ਸਿੰਘ ਨੂੰ ਵੀ ਤੇਰਾ ਪੁੱਤਰ ਡੋਲਣ ਲੱਗਾ। ਇੱਕਦਮ ਚਿਹਰਾ ਪੀਲਾ ਫਿਰ ਗਿਆ। ਤੇਰੇ ਪੁੱਤ ਨੇ ਤਸੀਹੇ ਚੱਲਦਿਆਂ ਥੋੜਾ ਡਰ ਗਿਆ, ਭੈ ਵਿੱਚ ਆ ਗਿਆ, ਉਹਨੂੰ ਲਾਲਚ ਦਿੱਤੇ ਨੇ ਅੰਦਰ ਦੇ, ਕਿਉਂਕਿ ਭਾਈ ਸੁਬੇਗ ਸਿੰਘ ਨੌਕਰੀ ਕਰਦੇ ਰਹੇ ਨੇ ਹਕੂਮਤ ਕੋਲ। ਅੰਦਰ ਦੇ ਬੰਦਿਆਂ ਦੱਸਿਆ ਤੇਰਾ ਪੁੱਤਰ ਡੋਲਣ ਲੱਗਾ। ਉਹਨੇ ਫੈਸਲਾ ਕੱਲ ਤੱਕ ਕਰ ਲਿਆ, ਕੱਲ ਨੂੰ ਸਿੱਖੀ ਛੱਡ ਦੇਗਾ। ਭਾਈ ਸੁਬੇਗ ਸਿੰਘ ਅੰਦਰੋਂ ਡਰ ਗਏ, ਮਨ ਉਦਾਸ ਹੋਇਆ। ਇੱਕਦਮ ਖਿਆਲ ਆਇਆ, ਦਾਤਿਆ ਤੇਰੇ ਦਰ ਦੇ ਸਿੱਖਾਂ ਦੀ ਚਰਨ ਧੂੜ ਵਿੱਚ ਬੜੀ ਵੱਡੀ ਬਖਸ਼ਿਸ਼ ਹੈ। ਉਹਨਾਂ ਕਿਹਾ ਮੈਨੂੰ ਇੱਕ ਵਾਰ ਮੇਰੇ ਪੁੱਤ ਨਾਲ ਮਿਲਾ ਦਿਓ। ਮਿਲਾਪ ਕਰ ਦਿੱਤਾ। ਦੂਜੇ ਦਿਨ ਜਦੋਂ ਪਿਓ ਪੁੱਤ ਦਾ ਮਿਲਾਪ ਹੋਇਆ, ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਉਪਦੇਸ਼ ਦਾ ਧਿਆਨ ਧਰਿਆ। ਔਰ ਸਾਧ ਸੰਗਤ, ਜਿੱਥੇ ਸਿੱਧਕੀ ਭਾਈ ਸੁਬੇਗ ਸਿੰਘ ਖੜੇ ਨੇ, ਆਪਣੇ ਪੈਰ ਪਿਛਾਂ ਕਰਕੇ ਆਪਣੇ ਪੈਰਾਂ ਦੀ ਚਰਨ ਧੂੜ ਚੁੱਕ ਕੇ ਆਪਣੇ ਪੁੱਤ ਦੇ ਮੱਥੇ ਨੂੰ ਲਾ ਦਿੱਤੀ। ਕਹਿੰਦੇ ਜਾਓ ਏ, ਹੁਣ ਗੁਰੂ ਦੇ ਸਿੱਖ ਦੀ ਚਰਨ ਧੂੜ ਇੱਕ ਸਿੱਖ ਦੇ ਬੱਚੇ ਦੇ ਮਸਤਕ ਨੂੰ ਲੱਗ ਗਈ ਹੈ। ਹੁਣ ਸਿਰ ਝੁਕ ਨਹੀਂ ਸਕਦਾ, ਸਿਰ ਕੱਟਿਆ ਤਾਂ ਜਾ ਸਕਦਾ। ਚਰਨ ਧੂੜ ਵਿੱਚ ਇੰਨੀ ਵੱਡੀ ਬਖਸ਼ਿਸ਼ ਹੈ, ਕਰਮ ਬਦਲ ਜਾਂਦੇ ਨੇ। ਅੱਜ ਪਾਤਸ਼ਾਹ ਕਹਿੰਦੇ ਕਿਲ ਵਿਖ ਕਾਟਣ ਭੈ ਹਰਨ, ਸੁਖ ਸਾਗਰ ਹਰ ਰਾਏ। ਇਹ ਚਰਨ ਧੂੜ ਦੀ ਬਖਸ਼ਿਸ਼ ਹੈ। ਪਰ ਜਦੋਂ ਮਨ ਅੰਦਰੋਂ ਖਾਲੀ ਹੋ ਜਾਏ, ਫਿਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਉਹ ਨਿੱਤ ਤੇ ਆਉਂਦਾ ਹੈ। ਸ਼ਲੋਕ ਦੀ ਵਿਚਾਰ ਆਪਾਂ ਕਰ ਲਈਏ, ਸ਼ੰਤ ਦੀ ਵਿਚਾਰ ਕੱਲ ਕਰਾਂਗੇ। ਕੱਲ ਦੀ ਇੱਕ ਹਾਜ਼ਰੀ ਹੋਰ ਹੈ। ਇੱਕ ਵਾਰ ਚਿੱਤ ਜੋੜ ਕੇ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਿਰਪਾ ਬਖਸ਼ਿਸ਼ ਕਰਨ, ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਸੇ ਤਰ੍ਹਾਂ ਆਪਾਂ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜਨ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ। ਸਮੁੱਚੇ ਪ੍ਰਬੰਧ ਦਾ, ਸਿੰਘ ਸਾਹਿਬ ਜੀ ਦਾ ਧੰਨਵਾਦ। ਆਪ ਸੰਗਤਾਂ ਦਾ ਧੰਨਵਾਦ ਜੋ ਚਰਨ ਧੂੜ ਲੈ ਕੇ ਆਉਂਦੇ ਹੋ। ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਖਰੀ ਪੰਕਤੀ ਸਰਵਣ ਕਰੋ ਜੀ, ਫਿਰ ਸਮਾਪਤੀ ਹੈ। ਕਿਲ ਵਿਖ ਕਾਟਣ ਭੈ ਹਰਣਾ, ਸੁਖ ਸਾਗਰ ਹਰ ਰਾਏ। ਦੀਨ ਦਇਆਲ ਦੁਖ ਭੰਜਨੋ,
ਨਾਨਕ ਨੀਤ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।